ਮੈਂ ਤੱਕੀ ਤੋ ਸਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ ਆਸਾ ਰੱਖੀ ਚਿਤ ਮੇਰਾ ਸਭੋ ਦੁੱਖ ਗਵਾਏ ਜਿਉ। ਇਤ ਮਾਰਗ ਚੱਲੈ ਪਾਈੜੈ ਗੁਰ ਕਹੈ ਸੋ ਕਾਰ ਕਮਾਏ ਜਿਉ। ਤਿਆਗੈ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜਿਉ। ਇਉ ਪਾਵੈ ਹਰਿ ਦਰਸਾਵੜਾ ਨ ਲੱਗੈ ਤਤੀ ਵਾਉ ਜਿਉ। ਹਉ ਆਪੋ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਉ। ਹਉ ਆਪੋ ਬੋਲ ਨ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਉ। ਜਿਉ ਬੁਲਾਵੋ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰਸ ਰੀਤਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਇਮਾਨ ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨ ਔਰ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਹਨ। ਸਾਨੂੰ ਆਪਣੀ ਪਾਵਨ ਸੁਭਾਗੀ ਅੰਮ੍ਰਿਤਮਈ ਗੋਦ ਦੀ ਹਜ਼ੂਰੀ ਦੀ ਦਾਤ ਬਖਸ਼ਿਸ਼ ਕੀਤੀ ਹੈ ਔਰ ਗੁਰੂ ਕੇ ਪਾਵਨ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਇਲਾਹੀ ਬਾਣੀ ਪਾਵਨ ਬਾਣੀ ਤੁਰ ਕੀ ਸਾਚੀ ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਵਡਿਆਈ 'ਚ ਜੋ ਭੱਟ ਜਨਾਂ ਵੱਲੋਂ ਪਾਵਨ ਬਚਨ ਉਚਾਰਨ ਕੀਤੇ ਗਏ, ਉਹਨਾਂ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਔਰ ਬੜੇ ਪਿਆਰੇ ਉਹ ਸ਼ਬਦ ਦੇ ਅਖੀਰਲੇ ਬਚਨ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਕਦੋਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਗੱਦੀ ਦੀ ਦਾਤ ਬਖਸ਼ੀ ਹੈ। ਸਭ ਬਿਧ
ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਚੰਗੀ ਤਰ੍ਹਾਂ ਵੇਖਿਆ ਪਰਖਿਆ। ਫਿਰ ਭਾਈ ਜੇਠੇ ਨੂੰ ਗੁਰੂ ਅਮਰਦਾਸ ਸਾਹਿਬ ਜੀ ਦੀ ਪ੍ਰਸੰਨਤਾ ਮਿਲੀ, ਖੁਸ਼ੀ ਮਿਲੀ, ਅਤੇ ਗੁਰੂ ਨੇ ਤੁਰ ਕੇ ਜਿਹੜੀ ਸਭ ਤੋਂ ਵੱਡੀ ਦਾਤ ਹੈ ਉਹ ਬਖਸ਼ ਦਿੱਤੀ ਭਾਈ ਜੇਠੇ ਨੂੰ, ਔਰ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਕੱਲ੍ਹ ਆਪਾਂ ਇਹਦੇ ਬਾਰੇ ਵਿਸਥਾਰ ਸਹਿਤ ਵਿਚਾਰਾਂ ਕੀਤੀਆਂ ਸਨ। ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸੋ ਆਓ ਅੱਜ ਗੁਰਬਾਣੀ ਵਿਚਾਰ ਦੀ ਲੜੀ 'ਚ ਜੁੜੀਏ। ਸਭ ਤੋਂ ਪਹਿਲਾਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ। ਗੁਰਬਾਣੀ 'ਚੋਂ ਅਸੀਂ ਜਿਉਣਾ ਸਿੱਖਦੇ ਹਾਂ ਅਤੇ ਸਿੱਖ ਦੇ ਜੀਵਨ ਦੀ ਮੰਜ਼ਿਲ ਵੀ ਗੁਰਬਾਣੀ ਹੈ। ਮੰਜ਼ਿਲ ਗੁਰਬਾਣੀ ਦਾ ਭਾਵ ਹੈ ਕਿ ਸਿੱਖ ਦੇ ਜੀਵਨ ਦਾ ਟਾਰਗੇਟ ਕੀ ਹੈ, ਮਨੋਰਥ ਕੀ ਹੈ। ਇੱਕ ਤੇ ਸਤਿਗੁਰੂ ਨੇ ਪਾਵਨ ਬਾਣੀ ਅੰਦਰ ਸਮੁੱਚੀ ਮਨੁੱਖਤਾ ਦੇ ਜੀਵਨ ਮਨੋਰਥ ਦੀ ਗੱਲ, ਹਰ ਪ੍ਰਾਣੀ ਦੇ ਜੀਵਨ ਮਨੋਰਥ ਦੀ ਗੱਲ ਕੀਤੀ ਹੈ। ਔਰ ਉੱਥੇ ਗੁਰੂ ਸਾਹਿਬ ਨੇ ਇਹ ਬਚਨ ਕਹੇ ਕਿ ਇਹ ਮਨੁੱਖਾ ਦੇਹੀ ਦਾ ਪ੍ਰਯੋਜਨ ਕੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਸ ਮਾਲਕ ਦੀ ਅਭੇਦਤਾ, ਇਕਮਿਕਤਾ ਇਸ ਜੀਵਨ ਦਾ ਮੁੱਖ ਮਨੋਰਥ ਹੈ। ਉਦੋਂ ਬਾਅਦ ਸਿੱਖ ਦੇ ਜੀਵਨ ਦਾ ਮਨੋਰਥ ਕੀ ਹੈ ਉਹ ਵੀ ਗੁਰੂ ਮਹਾਰਾਜ ਜੀ ਨੇ ਬਾਣੀ 'ਚ ਸਮਝਾਇਆ ਹੈ। ਅਤੇ ਜਦੋਂ ਸਿੱਖ ਹੋਣ ਦਾ ਮਨੋਰਥ ਪੂਰਾ ਕਰ ਲੈਂਦਾ ਹੈ ਅਤੇ ਇਹਦਾ ਮਨੁੱਖ ਹੋਣ ਦਾ ਮਨੋਰਥ ਆਪਣੇ ਆਪ ਸੰਪੰਨ, ਸੰਪੂਰਨ ਅਤੇ ਪੂਰਾ ਹੁੰਦਾ ਹੈ। ਸਿੱਖ ਦੇ ਜੀਵਨ ਦਾ ਮਨੋਰਥ ਹੈ ਗੁਰੂ 'ਚ ਅਭੇਦ ਹੋਣਾ, ਗੁਰੂ 'ਚ ਇਕਮਿਕ ਹੋਣਾ। ਸਿੱਖ ਦੇ ਜੀਵਨ ਦੀ ਜਿਹੜਾ ਜੀਵਨ ਦਾ ਮਨੋਰਥ ਹੈ ਉਹ ਹੈ ਗੁਰੂ। ਭਾਈ ਗੁਰਦਾਸ ਸਾਹਿਬ ਦੇ ਬੜੇ ਪਿਆਰੇ ਬਚਨ ਹਨ। ਮੁਰਦਾ ਹੋਏ ਮੁਰੀਦ ਗੁਰ ਗੋਰ ਸਮਾਵੈ। ਜਿਵੇਂ ਕਬਰ ਹੈ, ਗੋਰ ਦਾ ਮਤਲਬ ਹੈ ਕਬਰ। ਫਰੀਦ ਸਾਹਿਬ ਦੇ ਵੀ ਬਚਨ ਹਨ, ਗੋਰ ਨਿਮਾਣੀ ਸੱਡ ਕਰੈ ਨਿਕਰਿਆ ਘਰ ਆਓ। ਕਬਰ ਜਾਂ ਸ਼ਮਸ਼ਾਨ ਸਾਡੇ ਸਰੀਰਕ ਜੀਵਨ ਦੀ ਅਖੀਰਲੀ ਮੰਜ਼ਿਲ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਦਾਂ ਸਮਝੋ ਕਿ ਗੁਰੂ ਇੱਕ ਕਬਰ ਹੈ। ਹੁਣ ਵੇਖੋ ਇਹ ਵੀ ਦੋ ਗੱਲਾਂ ਹਨ। ਇੱਕ ਉਹ ਲੋਕ ਵੀ ਹਨ ਜਿਹੜੇ ਕਬਰਾਂ ਦੀ ਪੂਜਾ ਕਰਦੇ ਹਨ। ਭਾਈ ਗੁਰਦਾਸ ਨੇ ਗੁਰੂ ਨੂੰ ਕਬਰ ਕਿਹਾ ਹੈ, ਕਬਰ ਨੂੰ ਗੁਰੂ ਨਹੀਂ ਕਿਹਾ ਹੈ। ਇਹ ਅੰਤਰ ਜ਼ਰੂਰ ਸਮਝਣਾ। ਇਹ ਭੁਲੇਖਾ ਨਹੀਂ ਖਾਣਾ ਕਿ ਸ਼ਾਇਦ ਕਬਰਾਂ ਨੂੰ ਹੀ ਪੂਜੀ ਜਾਓ, ਕਿਉਂਕਿ ਗੁਰਮਤਿ ਦਾ ਇਹ ਸਿਧਾਂਤ ਨਹੀਂ ਹੈ। ਆਪਾਂ ਕਿਹਦੇ ਪੁਜਾਰੀ ਹਾਂ? ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਇਹ ਗੁਰੂ ਮਹਾਰਾਜ ਨੇ ਖਾਲਸੇ ਨੂੰ ਖਾਲਸਾਈ ਰਹਿਤ ਦੀ ਜਿੱਥੇ ਦਾਤ ਬਖਸ਼ੀ ਹੈ। ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਇਹ ਬਚਨ ਉਚੇਚੇ ਤੌਰ 'ਤੇ ਕਹੇ ਹਨ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਨ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਦਾਂ ਸਮਝੋ ਕਿ ਗੁਰੂ ਕਬਰ ਹੈ ਅਤੇ ਸਿੱਖ ਨੇ ਮੁਰਦਾ ਬਣ ਕੇ ਗੁਰੂ ਰੂਪੀ ਕਬਰ ਦੇ ਵਿੱਚ ਸਮਾ ਜਾਣਾ ਹੈ। ਹੁਣ ਮੁਰਦੇ ਨੂੰ ਕਬਰ 'ਚ ਦਫਨਾਇਆ ਜਾਂਦਾ ਹੈ। ਜਿਉਂਦੇ ਮਨੁੱਖ ਦੀਆਂ ਕਿੰਨੀਆਂ ਫਰਮਾਇਸ਼ਾਂ ਹੁੰਦੀਆਂ ਹਨ, ਕਿੰਨੀਆਂ ਇੱਛਾਵਾਂ, ਕਿੰਨੀਆਂ ਲਾਲਸਾਵਾਂ।
ਖਾਣ ਪ੍ਰਤੀ ਪਹਿਨਣ ਪ੍ਰਤੀ ਜੇ ਰਹਿਣਾ ਹੋਵੇ ਤੇ ਅਸੀਂ ਘਰ ਕਿੰਨੇ ਤਰ੍ਹਾਂ ਦੇ ਘਰ ਦੀ ਸਜਾਵਟ ਨਕਸ਼ਾ ਬਣਾਓ, ਫਿਰ ਕਈ ਤਰ੍ਹਾਂ ਦੀ ਪਲੈਨਿੰਗ ਕਰਕੇ ਬੰਦਾ ਘਰ ਬਣਾਉਂਦਾ ਜਿੱਥੇ ਰਹਿਣਾ ਹੈ। ਪਰ ਮੁਰਦੇ ਦੀ ਕੋਈ ਖੁਆਇਸ਼ ਨਹੀਂ ਹੁੰਦੀ ਕਿ ਮੇਰੀ ਜਿਹੜੀ ਕਬਰ ਹੈ ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ। ਉਹਦੀ ਪਹਿਨਣ ਪ੍ਰਤੀ ਕੋਈ ਫਿਰ ਫਰਮਾਇਸ਼ ਨਹੀਂ ਰਹਿ ਜਾਂਦੀ। ਜਿੱਦਾਂ ਦੇ ਕੱਪੜੇ ਹੁੰਦੇ ਨੇ ਉਹ ਕਫਨ ਪਹਿਨਾ ਦਿੱਤਾ ਜਾਂਦਾ, ਪੂਰਾ ਪਿਆ ਅਧੂਰਾ ਪਿਆ, ਬਸ ਜੀ ਪਾ ਦੇਵੋ, ਕੰਮ ਖਤਮ ਹੈ। ਮੁਰਦੇ ਦੀ ਕੋਈ ਖੁਆਇਸ਼ ਨਹੀਂ ਹੁੰਦੀ। ਤੇ ਭਾਈ ਸਾਹਿਬ ਕਹਿੰਦੇ ਸਿੱਖ ਨੇ ਵੀ ਆਪਣੀ ਬਿਲਕੁਲ ਇਸੇ ਤਰ੍ਹਾਂ ਦੀ ਬਿਰਤੀ ਬਣਾਉਣੀ ਹੈ, ਕੋਈ ਖੁਆਇਸ਼ ਨਹੀਂ। ਇੱਕ ਜਗ੍ਹਾ ਹੋਰ ਭਾਈ ਗੁਰਦਾਸ ਸਾਹਿਬ ਕਹਿੰਦੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਪਰ ਭਾਈ ਸਾਹਿਬ ਕਹਿੰਦੇ ਜਿਹੜੀ ਮੁਰਦਾ ਬਣਨ ਵਾਲੀ ਖੇਡ ਹੈ ਨਾ, ਇਹ ਗੱਲਾਂ ਬਾਤਾਂ ਦੀ ਖੇਡ ਨਹੀਂ ਹੈ, ਇਹ ਮਨ ਨੂੰ ਮਾਰ ਕੇ ਚੱਲਣ ਵਾਲੀ ਖੇਡ ਹੈ, ਮਨ ਨੂੰ ਮਾਰ ਕੇ ਚੱਲਣ ਵਾਲੀ। ਤੇ ਸਿੱਖ ਨੇ ਆਪਣੇ ਮਨ ਨੂੰ ਮਾਰਨਾ। ਮਨ ਮਾਰਨ ਦਾ ਭਾਵ ਮਨ ਦੀਆਂ ਵਾਸ਼ਨਾਵਾਂ ਨੂੰ ਮਾਰਨਾ, ਮਨ ਦੇ ਵਿਕਾਰਾਂ ਨੂੰ ਮਾਰਨਾ, ਜਿਹੜੀਆਂ ਮਨ ਅੰਦਰ ਆਸਾ ਮਨਸਾ ਤ੍ਰਿਸ਼ਨਾ ਦੀਆਂ ਤਰੰਗਾਂ ਉੱਠਦੀਆਂ ਨੇ, ਇਹਨਾਂ ਨੂੰ ਮਾਰ ਕੇ ਤੇ ਗੁਰੂ 'ਚ ਅਭੇਦ ਹੋ ਜਾਣਾ, ਗੁਰੂ ਨੂੰ ਸਮਰਪਿਤ ਹੋ ਜਾਣਾ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਬਿਲਕੁਲ ਐਨ 100% ਗੁਰੂ ਨੂੰ ਸਮਰਪਿਤ ਹੋਣਾ। ਹੁਣੇ ਆਪਾਂ ਕੀਰਤਨ ਰੂਪ 'ਚ ਬਚਨ ਸੁਣੇ, ਫਿਰ ਮੰਗਲਾਚਰਨ ਵੀ ਉਹ ਬਚਨਾਂ ਦਾ ਪੜ੍ਹਿਆ ਗਿਆ। ਮਹਾਰਾਜ ਜਿੱਥੇ ਕਹਿੰਦੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ। ਇਹ ਤੇ ਹੈ ਜਗਿਆਸੂ ਮਾਲਕ ਕੋਲ ਆਇਆ, ਉਹਨੇ ਮਾਲਕ ਕੋਲ ਆ ਕੇ ਪੁਕਾਰ ਕੀਤੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਣਵੰਤੀ ਬਾਣੀ ਦੇ ਸ਼ਬਦ ਹਨ। ਪਿੱਛੇ ਵੀ ਆਪਾਂ ਜ਼ਿਕਰ ਕੀਤਾ ਸੀ, ਇਹ 3 ਬਾਣੀਆਂ ਇੱਕ ਇੱਕ ਸ਼ਬਦ ਦੀਆਂ ਹਨ, ਕੁਚੱਜੀ, ਸੁਚੱਜੀ ਤੇ ਗੁਣਵੰਤੀ। ਇਹ ਗੁਣਵੰਤੀ ਬਾਣੀ ਦੇ ਸ਼ਬਦ ਹਨ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ। ਜਗਿਆਸੂ ਆਇਆ, ਉਹਨੇ ਇਹ ਬੇਨਤੀ ਕੀਤੀ, ਮਹਾਰਾਜ ਮੇਰਾ ਸਭੋ ਦੁੱਖ ਗਵਾਏ ਜੀਓ। ਫਿਰ ਅੱਗੋਂ ਹੁਣ ਗੁਰੂ ਕੀ ਕਹਿੰਦੇ ਹਨ। ਭਾਈ ਗੁਰੂ ਕਿਹਾ ਪਿਆਰਿਆ, ਠੀਕ ਹੈ ਤੂੰ ਇੱਥੇ ਪਹੁੰਚ ਗਿਆ, ਆ ਕੇ ਅਰਦਾਸ ਕੀਤੀ। ਇਹ ਇੱਦਾਂ ਹੈ ਜਿਵੇਂ ਗੁਰੂ ਕੋਲ ਆਪਾਂ ਗੁਰੂ ਦੇ ਸਕੂਲ 'ਚ ਐਡਮਿਸ਼ਨ ਲਈ ਹੈ, ਪੜ੍ਹਾਈ ਉਦੋਂ ਬਾਅਦ ਅੱਗੇ ਸ਼ੁਰੂ ਹੋਈ। ਫਿਰ ਗੁਰੂ ਦੱਸਦੇ ਹਨ ਕਿ ਹੁਣ ਆ ਗੁਰਮਤਿ ਦਾ ਮਾਰਗ ਹੈ, ਇਸ ਰਾਹ 'ਤੇ ਚੱਲ। ਫਿਰ ਜਿਹੜੀ ਤੂੰ ਬੇਨਤੀ ਕੀਤੀ ਹੈ ਮੇਰਾ ਸਭੋ ਦੁੱਖ ਗਵਾਏ ਜੀ, ਤੇਰੇ ਜੀਵਨ ਦੇ ਦੁੱਖ ਮੁੱਕ ਜਾਣਗੇ। ਇਤ ਮਾਰਗ ਚੱਲੈ ਭਾਈੜੈ, ਗੁਰ ਕਹੈ ਸੋ ਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ। ਹੁਣ ਇਹ ਜਿਹੜਾ ਬਚਨ ਹੈ ਬਿਲਕੁਲ ਉਸੇ ਬਚਨ ਵਾਲੀ ਗੱਲ ਹੈ, ਮੁਰਦਾ ਹੋਏ ਮੁਰੀਦ ਵਾਲੀ ਗੱਲ। ਤਿਆਗੈ ਮਨ ਕੀ ਮਤੜੀ, ਬਹੁਤ ਔਖੀ ਹੈ ਆਪਣੇ ਮਨ ਦੀ ਮੱਤ ਛੱਡਣੀ, ਹੱਠ ਛੱਡਣਾ। ਬੰਦਾ ਨਹੀਂ ਛੱਡਦਾ ਹੈ ਭਾਵੇਂ। ਵੇਖੋ ਇੱਕ ਤੇ ਹੈ ਜਿਹੜਾ ਬੰਦਾ ਸਹੀ ਹੈ, ਉਹ ਆਪਣੇ ਸਹੀ ਗੱਲ ਤੇ ਅੜਿਆ ਹੋਇਆ ਹੈ, ਉਹਦੀ ਗੱਲ ਵੱਖਰੀ ਹੈ। ਇੱਥੇ ਤਾਂ ਲੋਕ ਗਲਤ ਗੱਲ ਕਹਿ ਕੇ ਗਲਤ ਤੇ ਵੀ ਅੜੇ ਰਹਿੰਦੇ ਹਨ ਕਿ ਨਹੀਂ ਹੁਣ ਮੈਂ ਪਛਾਣ ਨਹੀਂ ਹੋਵਾਂਗਾ, ਜੋ ਕਹਿ ਦਿੱਤਾ ਸੋ। ਹਾਲਾਂਕਿ ਹੁੰਦੇ ਉਹ ਗਲਤ ਨੇ, ਉਹਨਾਂ ਨੂੰ ਵੀ ਪਤਾ ਹੁੰਦਾ ਹੈ। ਪਰ ਕਿਉਂਕਿ ਪਤਾ ਹੈ ਜੇ ਮੈਂ ਆਪਣੇ ਬੋਲਾਂ ਤੋਂ ਬਦਲਾਂਗਾ ਤੇ ਮੇਰੀ ਹਉਮੈ ਨੂੰ ਹੰਕਾਰ ਨੂੰ ਠੇਸ ਪਹੁੰਚੇਗੀ, ਪਤਾ ਨਹੀਂ ਦੂਜੇ ਕੀ ਕਹਿਣਗੇ। ਸੋ ਇਹ ਜਿਹੜੀ ਅੜੀ ਵਾਲੀ ਬਿਰਤੀ ਹੈ ਇਹ ਛੱਡਣੀ ਪੈਂਦੀ ਹੈ। ਇਹ ਹੀ ਮੁਰਦਾ ਮੁਰੀਦ ਹੋਣਾ ਹੈ। ਤਿਆਗੈ ਮਨ ਕੀ ਮਤੜੀ, ਵਿਸਾਰੈ ਦੂਜਾ ਭਾਉ ਜੀਓ, ਇਉਂ ਪਾਵੈ ਹਰ ਦਰਸਾਵੜਾ ਨਾ ਲੱਗੈ ਤੱਤੀ ਵਾਉ ਜੀ। ਮਹਾਰਾਜ ਕਹਿੰਦੇ ਤੂੰ ਮਨ ਦੀ ਮੱਤ ਛੱਡ ਦੇ, ਦੂਜਾ ਭਾਉ ਛੱਡ ਦੇ। ਭਾਉ ਤੇ ਭਉ ਇਹ 2 ਸ਼ਬਦ। ਭਾਉ ਦਾ ਮਤਲਬ ਹੈ ਪਿਆਰ। ਤੂੰ ਦੂਜੇ ਦਾ ਪਿਆਰ ਛੱਡ ਦੇ, ਇੱਕ ਦੇ ਨਾਲ ਪਿਆਰ ਬਣਾ, ਇੱਕ ਮਾਲਕ ਦੇ ਨਾਲ। ਫਿਰ ਕੀ ਹੋਏਗਾ? ਇਉਂ ਪਾਵੈ ਹਰ ਦਰਸਾਵੜਾ ਨਾ ਲੱਗੈ ਤਾਂ ਤੂੰ ਕਿਹਾ ਦੁੱਖ ਦੂਰ ਕਰ ਦੋ ਮਾਲਕ ਜੀ, ਮੇਰਾ ਸਭੋ ਦੁੱਖ ਗਵਾਏ ਜੀਓ। ਮਹਾਰਾਜ ਕਹਿੰਦੇ ਕੋਈ ਤੱਤੀ ਵਾਹ ਤੱਕ ਤੈਨੂੰ ਨਹੀਂ ਲੱਗੇਗੀ, ਬਸ ਇਹ ਬਚਨ ਕਮਾਲ ਹੈ। ਤੇ ਅੱਗੇ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ।
ਤੇ ਜਿਨੇ ਇਹ ਬਚਨ ਕਮਾਏ ਉਹ ਐਨ ਮੁਰਦਾ ਬਿਰਤੀ ਆ, ਆਪਣੇ ਮਨ ਦੀਆਂ ਵਾਸ਼ਨਾਵਾਂ ਛੱਡ ਦੇਣੀਆਂ ਤੇ ਗੁਰੂ 'ਚ ਸਮਰਪਿਤ ਹੋਣਾ, ਗੁਰੂ 'ਚ ਇੱਕਮਿਕ ਹੋਣਾ। ਤੇ ਜਦੋਂ ਬੰਦਾ ਗੁਰੂ 'ਚ ਇੱਕਮਿਕ ਹੋ ਗਿਆ ਤੇ ਫਿਰ ਸਮਝੋ ਗੁਰ ਪਰਮੇਸ਼ਰ ਇੱਕੋ ਜਾਣ, ਪਰਮੇਸ਼ਰ 'ਚ ਇੱਕਮਿਕ ਹੋ ਗਿਆ। ਜਦੋਂ ਸਿੱਖ ਨੇ ਸਿੱਖ ਹੋਣ ਦੀ ਮੰਜ਼ਿਲ ਨੂੰ ਪਾ ਲਿਆ, ਉਹ ਮਨੁੱਖ ਹੋਣ ਦੀ ਮੰਜ਼ਿਲ ਵੀ ਪਾ ਲੈਂਦਾ ਹੈ। ਮਹਾਰਾਜ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਬਾਣੀ ਸਤ ਸਰੂਪ ਪਰਮੇਸ਼ਰ ਰੂਪ ਹੈ। ਗੁਰਬਾਣੀ ਵਰਗੇ ਆਪਾਂ ਬਣਨਾ ਹੈ। ਗੁਰਬਾਣੀ ਹੈ ਪਰਮੇਸ਼ਰ ਰੂਪ। ਜਦੋਂ ਆਪਾਂ ਗੁਰਬਾਣੀ ਵਰਗੇ ਬਣ ਗਏ, ਸਮਝੋ ਪਰਮੇਸ਼ਰ ਵਰਗੇ ਬਣ ਗਏ, ਪਰਮੇਸ਼ਰ 'ਚ ਇੱਕਮਿਕ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਉਪਦੇਸ਼ ਨੇਤਾ ਪ੍ਰਤੀ ਆਪਾਂ ਵਿਚਾਰਦੇ ਹਾਂ, ਸਮਝਦੇ ਹਾਂ ਔਰ ਗੁਰੂ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਪੱਲੇ ਬੰਨ੍ਹਣ ਦਾ ਯਤਨ ਕਰਦੇ ਹਾਂ। ਗਾਥਾ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਸਹਿਸ ਕ੍ਰਿਤੀ ਤੋਂ ਉਪਰੰਤ ਇਹ ਗਾਥਾ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ 'ਚ ਅੰਕਿਤ ਹਨ। ਕੁੱਲ ਇਸ ਬਾਣੀ ਦੇ 24 ਸ਼ਲੋਕ ਹਨ ਔਰ 16 ਸ਼ਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਪਿਛਲੇਰਿਆਂ ਦੀਵਾਨਾਂ 'ਚ ਸ਼ਰਵਣ ਕੀਤੀ ਹੈ। ਅੱਜ 17 ਨੰਬਰ ਸ਼ਲੋਕ ਦੀ ਆਪਾਂ ਵਿਚਾਰ ਕਰਨੀ ਹੈ। ਕੱਲ੍ਹ 4 ਸ਼ਲੋਕਾਂ ਦੀ ਵਿਚਾਰ ਕੀਤੀ ਸੀ। ਇੱਕ ਸ਼ਲੋਕ ਆਪ ਜੀ ਨੇ ਕੱਲ੍ਹ ਸ਼ਰਵਣ ਕੀਤਾ ਸੀ, ਅਪ ਜਸੰਗ ਮਿਟੰਤ ਸਤ ਪੁੱਤਰ। ਮਹਾਰਾਜ ਨੇ ਇੱਕ ਉਦਾਹਰਣ ਦਿੱਤੀ ਸੀ ਕਿ ਜੇ ਘਰ 'ਚ ਚੰਗਾ ਪੁੱਤਰ, ਚੰਗੀ ਔਲਾਦ ਪੈਦਾ ਹੋ ਜਾਏ ਤੇ ਇੱਕ ਚੰਗਾ ਪੁੱਤਰ, ਜੇ ਕੋਈ ਵੱਡਿਆਂ ਦੇ ਮੱਥੇ ਬਦਨਾਮੀ ਵੀ ਹੈ, ਕੁੱਲ ਦੀ ਪਿਛਲੀ ਕੋਈ ਬਦਨਾਮੀ ਵੀ ਹੈ, ਕਲੰਕ ਵੀ ਹੈ, ਤੇ ਉਹਨੂੰ ਮਿਟਾ ਦਿੰਦਾ ਹੈ। ਇਹਦੀ ਮੈਂ ਇੱਕ ਉਦਾਹਰਣ ਅੱਜ ਸੁਣੀ, ਪਹਿਲਾਂ ਵੀ ਸੁਣੀ ਸੀ ਪਰ ਕੱਲ੍ਹ ਵਿਸਰ ਗਈ। ਅੱਜ ਪੜ੍ਹਦਿਆਂ ਉਹ ਚੀਜ਼ ਧਿਆਨ 'ਚ ਆਈ, ਮੈਂ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰਕੇ ਫਿਰ ਅਗਲੇਰੀ ਵਿਚਾਰ 'ਤੇ ਚੱਲਾਂਗਾ। ਅਨੰਦਪੁਰ ਸਾਹਿਬ ਆਪਾਂ ਜਾਣਦੇ ਹਾਂ ਕਿੱਦਾਂ ਦੇ ਹਾਲਾਤਾਂ 'ਚ ਗੁਰੂ ਕਲਗੀਧਰ ਮਹਾਰਾਜ ਰਹੇ। ਲੋਹਗੜ੍ਹ ਕਿਲੇ ਦਾ ਦਰਵਾਜ਼ਾ ਤੋੜਨ ਦੇ ਲਈ ਜਿਸ ਵਕਤ ਪਹਾੜੀਆਂ ਨੇ ਹਾਥੀ ਤਿਆਰ ਕੀਤਾ ਸੀ ਤੇ ਮਹਾਰਾਜ ਤੱਕ ਜਿਹੜੇ ਗੁਪਤਚਾਰ ਸਨ ਉਹਨਾਂ ਨੇ ਆ ਕੇ ਸੂਚਨਾ ਦਿੱਤੀ ਜੀ ਕੱਲ੍ਹ ਪਹਾੜੀਆਂ ਨੇ ਇਹ ਹਮਲੇ ਦੀ ਜਿਹੜੀ ਵਿਉਂਤ ਹੈ ਉਹ ਬਣਾਈ ਹੈ। ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਐਨ ਨਸ਼ੇ 'ਚ ਟੁੰਨ ਕਰਕੇ ਉਹਨੂੰ ਫਿਰ ਇੱਧਰ ਨੂੰ ਲਿਆਂਦਾ ਜਾਵੇਗਾ, ਉਹ ਦਰਵਾਜ਼ੇ 'ਤੇ ਟੱਕਰਾਂ ਮਾਰ ਮਾਰ ਕੇ ਕਿਲੇ ਦਾ ਦਰਵਾਜ਼ਾ ਤੋੜੇਗਾ। ਤੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ ਸੀ ਕਿ ਕੋਈ ਨਾ, ਆਪ ਜੀ ਨੇ ਬਹੁਤ ਵਾਰ ਪੜ੍ਹਿਆ ਸੁਣਿਆ ਹੈ। ਮਹਾਰਾਜ ਕਹਿਣ ਲੱਗੇ ਕੋਈ ਨਾ ਪਹਾੜੀਆਂ ਦੇ ਹਾਥੀ ਦਾ ਮੁਕਾਬਲਾ ਕਰੇਗਾ ਸਾਡਾ ਹਾਥੀ ਦੁਨੀ ਚੰਦ, ਕਿਉਂਕਿ ਬੜੇ ਉੱਚੇ ਲੰਬੇ ਕੱਦ ਕਾਠ ਵਾਲਾ ਸੀ। ਔਰ ਮਹਾਰਾਜ ਨੇ ਕਿਹਾ ਕਿ ਉਹਨਾਂ ਦੇ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਕਰੇਗਾ ਦੁਨੀ ਚੰਦ। ਹੁਣ ਦੁਨੀ ਚੰਦ ਬਾਹਰੋਂ ਤਾਂ ਭਾਵੇਂ ਹਾਥੀ ਸੀ ਪਰ ਅੰਦਰੋਂ ਗਿੱਦੜ ਸੀ, ਅੰਦਰ ਗਿੱਦੜ ਬਿਰਤੀ ਸੀ। ਡਰ ਗਿਆ, ਘਬਰਾ ਗਿਆ। ਗੁਰੂ ਤਾਂ ਭਰੋਸਾ ਮਨ 'ਚੋਂ ਵਿਸਰ ਗਿਆ। ਜੇ ਭਰੋਸਾ ਹੁੰਦਾ ਤੇ ਪਤਾ ਹੈ ਕਿ ਮਹਾਰਾਜ ਦੀ ਰਹਿਮਤ ਹੋਵੇ ਤੇ ਇੱਕ ਹਾਥੀ ਕੀ ਜੇ ਹਜ਼ਾਰਾਂ ਵੀ ਹੋਣ ਤੇ ਤਾਂ ਵੀ ਪਰਵਾਹ ਨਹੀਂ ਹੈ, ਪਰ ਉਹ ਮੁੱਕਦੀ ਗੱਲ ਕਿ ਉਹਦਾ ਭਰੋਸਾ ਥਿੜਕ ਗਿਆ। ਉਹ ਫਿਰ ਆਪਣੇ ਸਾਥੀਆਂ ਸਮੇਤ ਉੱਥੋਂ ਰਾਤੋਂ ਰਾਤ ਕਿਲੇ 'ਚੋਂ ਭੱਜਿਆ। ਕਿਲੇ ਦੀ ਕੰਧ ਟੱਪਦਿਆਂ ਉਹਦੀ ਲੱਤ ਵੀ ਟੁੱਟ ਗਈ, ਪਰ ਸਾਥੀਆਂ ਨੂੰ ਕਹਿਣ ਲੱਗਾ ਵੇਖੋ ਗੁਰੂ ਨੇ ਤੇ ਕਹਿ ਦਿੱਤਾ ਹਾਥੀ ਆ ਦੁਨੀ ਚੰਦ, ਮਾਰਿਆ ਤੇ ਅੱਗੇ ਜਾ ਕੇ ਮੈਂ ਜਾਣਾ, ਗੁਰੂ ਦਾ ਕੀ ਵਿਗੜਨਾ ਹੈ। ਅੱਜ ਮੈਨੂੰ ਕਹਿ ਕੇ ਹਾਥੀ ਅੱਗੇ ਭੇਜਦੇ ਪਏ ਨੇ, ਕੱਲ੍ਹ ਨੂੰ ਤੁਹਾਨੂੰ ਕਹਿਣਗੇ ਚਲੋ ਆਪਾਂ ਚਲੇ ਹੀ ਜਾਈਏ। ਇਹ ਚਲੇ ਗਏ। ਹੁਣ ਇਦੋਂ ਬਾਅਦ ਇਹ ਤਾਂ ਫਿਰ ਬਦਨਾਮੀ ਬੜੀ ਇਸ ਗੱਲ ਦੀ ਹੋਈ ਕਿ ਜਿਹੜਾ ਹਾਥੀ ਸੀ ਉਹ ਤਾਂ ਗਿੱਦੜ ਨਿਕਲਿਆ, ਰਾਤੋਂ ਰਾਤ ਹੀ ਚਲਾ ਗਿਆ। ਮੁਕਾਬਲਾ ਤਾਂ ਅਗਲੇ ਦਿਨ ਗੁਰੂ ਕੇ ਥਾਪੜੇ ਸਦਕਾ ਭਾਈ ਬਚਿੱਤਰ ਸਿੰਘ ਨੇ ਕੀਤਾ ਤੇ ਹਾਥੀ ਦਾ ਮੂੰਹ ਮੋੜ ਦਿੱਤਾ, ਪਰ ਉਧਰ ਇੱਕ ਕਲੰਕ ਜ਼ਰੂਰ ਲੱਗ ਗਿਆ, ਕਲੰਕ ਲੱਗ ਗਿਆ। ਹੁਣ ਇਹ ਜਦੋਂ ਇੱਥੋਂ ਗਿਆ ਆਪਣੇ ਨਗਰ, ਸਾਰੀਆਂ ਗੱਲਾਂ ਉੱਥੇ ਜਾ ਕੇ ਜਦੋਂ ਖੁੱਲ੍ਹੀਆਂ
ਤੇ ਜਿਹੜੇ ਇਹਦੇ ਬਾਕੀ ਘਰ ਪਰਿਵਾਰ ਵਾਲੇ ਸਨ ਉਹਨਾਂ ਨੂੰ ਬੜੀ ਨਮੋਸ਼ੀ ਸਹਿਣੀ ਪਈ ਕਿ ਇਹ ਕੀ ਕੰਮ ਕਰ ਆਇਆ ਹੈ। ਜੇ ਹਾਥੀ ਦਾ ਮੁਕਾਬਲਾ ਕਰਦਿਆਂ ਕੁਰਬਾਨੀ ਵੀ ਦੇਣੀ ਪੈਂਦੀ, ਕੀ ਵੱਡੀ ਗੱਲ ਸੀ ਕਿ ਗੁਰੂ ਨੇ ਆਪਣੇ ਪਿਤਾ ਦੀ ਕੁਰਬਾਨੀ ਨਹੀਂ ਦਿੱਤੀ। ਇਹਨੇ ਕੋਈ ਪਹਿਲੇ ਨੇ ਥੋੜਾ ਮਰਨਾ ਸੀ, ਕਿੰਨਿਆਂ ਦੀਆਂ ਸ਼ਹਾਦਤਾਂ ਪਹਿਲਾਂ ਹੋਈਆਂ, ਪਰ ਆਹ ਜਿਹੜਾ ਮੈਦਾਨੇ ਜੰਗ ਚੋਂ ਭੱਜਣ ਵਾਲਾ ਇਹ ਕਲੰਕ ਲਵਾ ਕੇ ਆਇਆ ਹੈ, ਇਹ ਬੜਾ ਮਾੜਾ ਹੈ। ਹੁਣ ਉਹਦੇ ਬੱਚੇ ਵੀ ਜਦੋਂ ਬਾਹਰ ਨਿਕਲਣ ਤੇ ਲੋਕ ਕੋਈ ਬਹੁਤੀ ਇੱਜ਼ਤ ਵਾਲੀ ਨਜ਼ਰ ਦੇ ਨਾਲ ਨਾ ਵੇਖਣ, ਕਿਉਂਕਿ ਮਾਝੇ ਦਾ ਇਲਾਕਾ ਤੇ ਕੁਦਰਤੀ ਪਹਿਲੇ ਗੁਰੂ ਸਾਹਿਬਾਨ ਉਧਰ ਵਿਚਰਦੇ ਰਹੇ ਤੇ ਉਧਰ ਸਿੱਖੀ ਬੜੀ ਸੀ। ਇਹਦੇ ਦੋ ਪੋਤਰੇ ਸਨ, ਸਰੂਪ ਸਿੰਘ ਤੇ ਅਨੂਪ ਸਿੰਘ। ਉਹਨਾਂ ਦੇ ਕੋਲੋਂ ਇਹ ਬਦਨਾਮੀ ਬਰਦਾਸ਼ਤ ਨਹੀਂ ਹੋਈ ਕਿ ਇੱਦਾਂ ਤੇ ਫਿਰ ਅਸੀਂ ਜਦੋਂ ਬਾਹਰ ਜਾਵਾਂਗੇ ਸਾਡੀ ਤੇ ਕਿਸੇ ਨੇ ਇੱਜ਼ਤ ਹੀ ਨਹੀਂ ਕਰਨੀ ਹੈ, ਸਮਾਜ ਚੋਂ ਜਾਂ ਸਿੱਖ ਸਮਾਜ ਦੇ ਵਿੱਚੋਂ ਤੇ ਸਾਡੀ ਇੱਜ਼ਤ ਹੀ ਜਾਂਦੀ ਰਹੀ। ਇਹ ਫਿਰ ਇਹਦੇ ਦੋਵੇਂ ਪੋਤਰੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਕੋਲ ਪਰਤ ਕੇ ਆਏ ਨੇ। ਆਪਣੇ ਬਜ਼ੁਰਗ ਦੀ ਇਹਨਾਂ ਨੇ ਭੁੱਲ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਮੰਗੀ ਹੈ। ਗੁਰੂ ਮਹਾਰਾਜ ਕਿਉਂਕਿ ਗੁਰੂ ਤਾਂ ਬਖਸ਼ਣਹਾਰ ਹੈ, ਪਿਛਲੇ ਅਵਗੁਣ ਬਖਸ਼ ਲਏ ਪ੍ਰਭ ਆਗੈ ਮਾਰ। ਗੁਰੂ ਦਾ ਤਾਂ ਇਹ ਬਿਰਦ ਹੈ ਕਿ ਕੋਈ ਨਿੰਦਕ ਹੋਵੇ ਪੂਰੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੈ, ਪਿਛਲੇ ਗੁਨਾਹ ਸਤਿਗੁਰੂ ਬਖਸ਼ ਲਏ ਸਤ ਸੰਗਤ ਨਾਲ ਰਲਾਵੇ। ਮਹਾਰਾਜ ਨੇ ਉਹ ਗੁਨਾਹ ਬਖਸ਼ੇ, ਇਹਨਾਂ ਨੂੰ ਆਪਣੇ ਦਰਬਾਰ 'ਚ ਕਬੂਲ ਕੀਤਾ ਤੇ ਫਿਰ ਇਹ ਦੋ ਬੱਚਿਆਂ ਨੇ ਆਨੰਦਪੁਰ ਸਾਹਿਬ ਰਹਿ ਕੇ ਤੇ ਸ਼ਹਾਦਤ ਦਾ ਜਾਮ ਪੀਤਾ ਸੀ ਨਿਰਮੋਹਗੜ੍ਹ ਵਾਲੇ ਅਸਥਾਨ ਤੇ, ਭਾਈ ਸਰੂਪ ਸਿੰਘ ਤੇ ਭਾਈ ਅਨੂਪ ਸਿੰਘ। ਇਹ ਜਿਹੜੀ ਗੱਲ ਸਤਿਗੁਰੂ ਨੇ ਇਹ ਬਾਣੀ ਦੇ ਵਿੱਚ ਕਹੀ ਕਿ ਅਪਜਸੰ ਮਿਟੰਤ ਸਤ ਪੁੱਤਰ ਹੈ, ਚੰਗੇ ਪੁੱਤਰ ਕੁੱਲ ਦੀ ਬਦਨਾਮੀ ਨੂੰ ਮਿਟਾ ਦਿੰਦੇ ਹਨ। ਉਹ ਚੀਜ਼ ਭਾਈ ਅਨੂਪ ਸਿੰਘ ਤੇ ਭਾਈ ਸਰੂਪ ਨੇ ਸੱਚ ਸਾਬਤ ਕਰਕੇ ਦੱਸੀ ਤੇ ਆਪ ਜਿਹੜੀ ਇੱਕ ਬਦਨਾਮੀ ਵਾਲੀ ਗੱਲ ਇਹਨਾਂ ਦੇ ਦਾਦੇ ਦੁਨੀ ਚੰਦ ਨੇ ਕੀਤੀ ਸੀ ਉਹ ਇਹਨਾਂ ਨੇ ਮਿਟਾ ਦਿੱਤੀ ਤੇ ਗੁਰੂ ਕੀ ਨਜ਼ਰ ਦੇ ਵਿੱਚ ਮਾਣ ਸਨਮਾਨ ਤੇ ਸਤਿਕਾਰ ਪ੍ਰਾਪਤ ਕੀਤਾ। ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ 17 ਨੰਬਰ ਸ਼ਲੋਕ 'ਚ ਰਹਿਮਤ ਕਰਕੇ ਸਾਨੂੰ ਸਿੱਖਿਆ ਦਿੰਦਿਆਂ ਫਰਮਾਨ ਕਰਦੇ ਹਨ, ਜਥ ਕਥ ਰਮਣੰ ਸ਼ਰਨੰ ਸਰਬੱਤਰ ਜੀਅਣੈ। ਉਹ ਜੋ ਪਰਮਾਤਮਾ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਜਥ ਕਥ ਭਾਵ ਜਿੱਥੇ ਕਿੱਥੇ ਹਰ ਜਗ੍ਹਾ ਤੇ ਰਮਣੰ ਵਿਆਪਕ ਹੈ, ਸਭ ਥਾਵਾਂ ਤੇ ਸ਼ਰਨੰ ਸਰਬੱਤਰ ਜੀਅਣੈ ਤੇ ਸਾਰੇ ਦੇ ਸਾਰੇ ਜੀਵਾਂ ਦਾ ਉਹ ਓਟ ਆਸਰਾ ਹੈ, ਉਹਦੀ ਸ਼ਰਨ ਓਟ ਆਸਰਾ ਹੈ। ਇਹ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਆਪਾਂ ਪਾਵਨ ਬਾਣੀ ਪੜ੍ਹੀਏ ਤੇ ਕੁਝ ਚੀਜ਼ਾਂ ਬਹੁਤ ਵਾਰ ਸਤਿਗੁਰੂ ਨੇ ਸਾਨੂੰ ਸਮਝਾਈਆਂ ਨੇ ਤੇ ਉਹਦੇ 'ਚੋਂ ਇੱਕ ਇਹ ਵਿਚਾਰ ਵੀ ਬਾਣੀ 'ਚ ਬੜੀ ਵਾਰ ਦ੍ਰਿੜ ਕਰਵਾਈ ਗਈ ਹੈ ਕਿ ਪਰਮਾਤਮਾ ਸਰਬ ਵਿਆਪਕ ਹੈ, ਹਰ ਜਗ੍ਹਾ 'ਤੇ ਵਸਿਆ ਹੋਇਆ ਹੈ। ਇੱਕ ਬਚਨ ਆਪਾਂ ਮੁੱਖ ਵਾਕ ਰੂਪ 'ਚ ਵੀ ਪੜ੍ਹਦੇ ਹਾਂ, ਜੈ ਜੈ ਪੇਖੂ ਤੈ ਹਜੂਰ ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਹਨ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਪਕਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਦੋਂ ਪੀਰ ਦਸਤਗੀਰ ਦੇ ਨਾਲ ਬਗਦਾਦ ਵਿਖੇ ਵਿਚਾਰ ਹੋਈ, ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਖੁਦਾ ਦਾ ਵਾਸਾ ਕੇਵਲ ਮੱਕੇ ਵਿਖੇ ਆ, ਇੱਕ ਪਾਸੇ ਆ, ਇਸੇ ਕਰਕੇ ਉਹ ਉਧਰ ਨੂੰ ਮੂੰਹ ਕਰਕੇ ਤੇ ਸਿਜਦਾ ਕਰਦੇ ਨਮਾਜ਼ ਪੜ੍ਹਦੇ ਨੇ। ਮਹਾਰਾਜ ਨੇ ਸਮਝਾਇਆ ਕਿ ਪਰਮਾਤਮਾ ਤਾਂ ਭਾਈ ਸਭ ਥਾਵਾਂ 'ਤੇ ਵਸਿਆ ਹੈ। ਇਹਨੇ ਅੱਗੋਂ ਕਿਹਾ ਜੀ ਜੇ ਸਭ ਥਾਵਾਂ 'ਤੇ ਵਸਿਆ ਹੈ ਫਿਰ ਦਿਸਦਾ ਕਿਉਂ ਨਹੀਂ ਹੈ। ਮਹਾਰਾਜ ਨੇ ਉਹ ਫਿਰ ਦੁੱਧ ਦਾ ਛੰਨਾ ਭਾਂਡਾ ਮੰਗਵਾਇਆ, ਦੁੱਧ ਲਿਆਓ। ਇਹਨੇ ਦੁੱਧ ਲਿਆਂਦਾ ਮੰਗਵਾਇਆ। ਮਹਾਰਾਜ ਕਹਿਣ ਲੱਗੇ ਬਰਤਨ 'ਚ ਕੀ? ਕਹਿਣ ਲੱਗੇ ਜੀ ਦੁੱਧ ਮੰਗਵਾਇਆ ਸੀ, ਦੁੱਧ ਹੈ। ਸਤਿਗੁਰੂ ਕਹਿਣ ਲੱਗੇ ਕੱਲਾ ਦੁੱਧ ਨਹੀਂ ਹੈ ਇਸ ਭਾਂਡੇ 'ਚ, ਸਾਨੂੰ ਤਾਂ ਇਹਦੇ 'ਚੋਂ ਦਹੀਂ ਲੱਸੀ ਮੱਖਣ ਘਿਓ ਬਹੁਤ ਕੁਝ ਦਿਸਦਾ ਪਿਆ ਹੈ। ਕਹਿਣ ਲੱਗਾ ਜੀ ਉਹ ਵੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਹਨ ਦੁੱਧ ਦੇ, ਪਰ ਉਹ ਪ੍ਰਾਪਤ ਕਰਨ ਦੇ ਲਈ ਮਿਹਨਤ ਯਤਨ ਕਰਨਾ ਪੈਂਦਾ ਹੈ। ਉਹ ਇੱਕ ਪ੍ਰੋਸੀਜਰ ਹੈ, ਪ੍ਰੋਸੈਸ ਹੈ ਜਿਹਦੇ ਰਾਹੀਂ ਫਿਰ ਦੁੱਧ 'ਚੋਂ ਉਹ ਅੱਗੇ ਵੱਖ ਵੱਖ ਚੀਜ਼ਾਂ ਮਿਲਦੀਆਂ ਨੇ, ਪ੍ਰਾਪਤ ਹੁੰਦੀਆਂ ਨੇ। ਮਹਾਰਾਜ ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ
ਕੁਦਰਤ ਅੰਦਰ ਕਾਦਰ ਵਸਿਆ ਹੋਇਆ ਹੈ। ਕੁਦਰਤ ਦਿਸਦੀ ਹੈ, ਕਾਦਰ ਨਹੀਂ ਦਿਸਦਾ ਹੈ। ਪਰ ਜਦੋਂ ਮਨੁੱਖ ਉਹ ਇੱਕ ਪ੍ਰੋਸੀਜਰ ਦੇ ਵਿੱਚ ਉਹਦੀ ਗੁਰੂ ਕੇ ਉਪਦੇਸ਼ ਦੇ ਰਾਹੀਂ ਸੁਰਤ ਚੱਲਦੀ ਹੈ, ਫਿਰ ਉਹਨੂੰ ਕੁਦਰਤ ਦੇ ਵਿੱਚੋਂ ਵੀ ਕਾਦਰ ਦਿਸਦਾ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਤ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਮਹਾਰਾਜ ਕਹਿੰਦੇ ਉਹਦੀ ਜੋਤ ਹਰ ਉੱਚੇ ਨੀਵੇਂ ਜਰਰੇ ਜਰਰੇ ਅੰਦਰ ਪਰਮਾਤਮਾ ਵਿਆਪਕ ਹੈ, ਵਾਹਿਗੁਰੂ ਵਸ ਰਿਹਾ ਹੈ। ਗੁਰੂ ਮਹਾਰਾਜ ਕਹਿੰਦੇ ਜਤ ਕਥ ਰਮਣੰ ਸ਼ਰਨੰ ਸਰਬਤਰ ਜੀਣੈ। ਉਹ ਪਰਮਾਤਮਾ ਵਾਹਿਗੁਰੂ ਜਿਹੜਾ ਸਾਰੇ ਜੀਵਾਂ ਦਾ ਆਸਰਾ ਸਹਾਰਾ ਹੈ, ਉਹ ਸਰਬ ਵਿਆਪਕ ਹਰ ਥਾਂ ਤੇ ਵਸਿਆ ਹੈ। ਤਥ ਲਗਣੰ ਪ੍ਰੇਮ ਨਾਨਕ। ਹੁਣ ਉਹ ਵਾਹਿਗੁਰੂ ਦੇ ਨਾਲ ਆਪਾਂ ਪ੍ਰੇਮ ਪਾਉਣਾ। ਹਾਲਾਂਕਿ ਵੇਖੋ, ਜੇ ਤੇ ਕੋਈ ਸਾਹਮਣੇ ਦਿਸ ਰਿਹਾ ਹੈ ਉਹਦੇ ਨਾਲ ਪਿਆਰ ਪਾਉਣਾ ਸੌਖਾ ਹੈ, ਕਿਉਂਕਿ ਸਾਹਮਣੇ ਦਿਸ ਰਿਹਾ ਹੈ, ਦਿਸਦਾ ਹੈ। ਦਿਸਦੀ ਚੀਜ਼ ਤੇ ਭਰੋਸਾ ਕਰਨਾ ਵੀ ਸੌਖਾ ਹੈ, ਕਿਉਂਕਿ ਦਿਸ ਰਿਹਾ ਹੈ। ਪਰ ਵਾਹਿਗੁਰੂ ਤੇ ਇੱਦਾਂ ਪ੍ਰਤੱਖ ਦਿਸਦਾ ਹੀ ਨਹੀਂ ਹੈ, ਉਹਦੇ ਤੇ ਭਰੋਸਾ ਕਿੱਦਾਂ ਕਰੀਏ, ਉਹਦੇ ਨਾਲ ਪ੍ਰੇਮ ਕਿੱਦਾਂ ਬਣੇ। ਪਰ ਗੁਰੂ ਕਹਿੰਦੇ ਪ੍ਰੇਮ ਉਹਦੇ ਨਾਲ ਪਾਉਣਾ ਹੈ। ਜੇ ਉਹਦੇ ਨਾਲ ਪ੍ਰੇਮ ਪਾਵੇਂਗਾ ਤੇਰੀ ਜ਼ਿੰਦਗੀ ਦੀ ਖੇਡ ਸਫਲ ਹੈ। ਕੱਲ ਵੀ ਬਚਨ ਸਾਂਝੇ ਕੀਤੇ ਸਨ, ਸਾਚ ਕਹੂੰ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਉਹਨੂੰ ਪਾਉਣ ਦਾ ਮਾਰਗ ਹੀ ਪ੍ਰੇਮ ਦਾ ਮਾਰਗ ਹੈ। ਵੱਖਰਿਆਂ ਵੱਖਰਿਆਂ ਸਮਿਆਂ 'ਚ ਕਿਸੇ ਹੱਠ ਯੋਗ ਦੀ ਗੱਲ ਕੀਤੀ, ਕਿਸੇ ਗਿਆਨ ਯੋਗ ਦੀ ਗੱਲ ਕੀਤੀ, ਕਿਸੇ ਕਰਮ ਯੋਗ ਦੀ ਗੱਲ ਕੀਤੀ, ਪਰ ਗੁਰਮਤਿ ਨੇ ਪ੍ਰੇਮ ਯੋਗ ਦਾ ਸਿਧਾਂਤ ਦਿੱਤਾ ਕਿ ਪ੍ਰੇਮ ਦੇ ਰਾਹੀਂ ਪਿਆਰ ਨਾਲ ਉਹਨੂੰ ਪਾਇਆ ਜਾ ਸਕਦਾ ਹੈ। ਹੁਣ ਮਹਾਰਾਜ ਕਹਿੰਦੇ ਤਥ ਲਗਣੰ ਪ੍ਰੇਮ ਨਾਨਕ। ਹੈ ਨਾਨਕ, ਉਸ ਪਰਮਾਤਮਾ ਦੇ ਨਾਲ ਪ੍ਰੇਮ ਬਣਾਉਣਾ ਹੈ, ਪਰ ਉਹ ਪ੍ਰੇਮ ਬਣਦਾ ਕਿੱਦਾਂ ਹੈ? ਪ੍ਰਸਾਦੰ ਗੁਰ ਦਰਸ਼ਨੈ। ਗੁਰੂ ਦੇ ਦੀਦਾਰ ਕੀਤਿਆਂ, ਗੁਰੂ ਦੀ ਮਿਹਰ, ਗੁਰੂ ਦੀ ਕਿਰਪਾ, ਰਹਿਮਤ ਜਦੋਂ ਵਰਤਦੀ ਹੈ, ਤੇ ਜਿਹੜੇ ਸਾਡੀਆਂ ਅੱਖਾਂ ਤੇ ਭਰਮ ਦੇ ਛੋੜ ਹਨ, ਭਰਮ ਦੇ ਬੰਧਨ ਹਨ ਕਿ ਸਾਨੂੰ ਸੰਸਾਰ ਦਿਸਦਾ, ਸੰਸਾਰ 'ਚੋਂ ਨਿਰੰਕਾਰ ਨਹੀਂ ਦਿਸਦਾ, ਗੁਰੂ ਉਹ ਭਰਮ ਦੇ ਪਰਦੇ ਹਟਾਉਂਦੇ ਹਨ। ਤੇ ਫਿਰ ਮਨੁੱਖ ਜਿੱਧਰ ਵੀ ਵੇਂਦਾ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨਰੂਪ ਕਿ ਵਾਹਿਗੁਰੂ ਤੇ ਸਾਰੀਆਂ ਜਗ੍ਹਾ ਤੇ ਵਸਿਆ ਹੋਇਆ ਹੈ। ਉਹਦੀ ਕੁਦਰਤ ਦੇ ਨਾਲ ਪਿਆਰ ਪਾਉਣਾ ਹੀ ਕਾਦਰ ਦੇ ਨਾਲ ਪਿਆਰ ਪਾਉਣਾ ਹੈ। ਧੰਨ ਬਾਬਾ ਫਰੀਦ ਸਾਹਿਬ ਕਹਿੰਦੇ ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹਿ ਠਾਹੇ ਮਾਣਕ ਸਭ ਅਮੁੱਲ ਵੇ। ਸਾਰਿਆਂ ਦੇ ਅੰਦਰ ਉਹ ਸੱਚਾ ਧੜੀ ਵਸਿਆ ਹੋਇਆ ਹੈ। ਇਸ ਕਰਕੇ ਤੂੰ ਉਹਦੀ ਖਲਕਤ ਦੇ ਨਾਲ ਪ੍ਰੇਮ ਪਾ, ਖਾਲਕ ਦੇ ਨਾਲ ਆਪਣੇ ਆਪ ਪ੍ਰੇਮ ਬਣ ਜਾਏਗਾ। ਜਿਹਨੇ ਉਹਦੀ ਕੁਦਰਤ ਦੇ ਨਾਲ, ਉਹਦੇ ਜੀਵਾਂ ਦੇ ਨਾਲ ਪਿਆਰ ਬਣਾ ਲਿਆ, ਉਹਨਾਂ ਦਾ ਪਰਮਾਤਮਾ ਦੇ ਨਾਲ ਆਪਣੇ ਆਪ ਪਿਆਰ ਬਣਦਾ। ਔਰ ਇਹ ਸਾਰੀ ਖੇਡ ਬਣਦੀ ਕਿੱਦਾਂ ਹੈ? ਪ੍ਰਸਾਦੰ ਗੁਰ ਦਰਸ਼ਨ ਹੈ। ਗੁਰੂ ਦੀ ਕਿਰਪਾ ਤੇ ਗੁਰੂ ਦੇ ਦੀਦਾਰਾਂ ਦੀ ਬਰਕਤ ਸਦਕਾ ਵਾਹਿਗੁਰੂ ਦੇ ਨਾਲ ਪ੍ਰੀਤ ਵੀ ਬਣਦੀ ਹੈ, ਔਰ ਵਾਹਿਗੁਰੂ ਜੀ ਸਰਬ ਵਿਆਪਕ ਹਨ। ਇਸ ਚੀਜ਼ ਦੀ ਸਮਝ ਸੋਝੀ ਵੀ ਪੈਂਦੀ ਹੈ। ਇੱਦੋਂ ਅੱਗੇ 18 ਨੰਬਰ ਸ਼ਲੋਕ 'ਚ ਮਹਾਰਾਜ ਫਰਮਾਨ ਕਰਦੇ ਹਨ, ਚਰਨਾਰ ਬਿੰਦ ਮਨ ਵਿਦਿਅੰ। ਚਰਨਾਰ ਬਿੰਦ ਭਾਵ ਵਾਹਿਗੁਰੂ ਜੀ ਦੇ ਜਿਹੜੇ ਕਮਲ ਵਰਗੇ ਸੋਹਣੇ ਚਰਨ ਹਨ। ਸ਼ਬਦ ਹੈ ਵਿਦਿਅੰ, ਬੱਬੇ ਦੇ ਸਿਹਾਰੀ ਲੱਗੀ ਹੈ ਤਾਂ ਦੇ ਸਿਹਾਰੀ ਲਗਾ ਕੇ ਐੜਾ, ਉਹਦੇ ਉੱਪਰ ਟਿੱਪੀ ਲਗਾ ਕੇ ਪੜ੍ਹਨਾ ਹੈ ਵਿਦਿਅੰ। ਮਹਾਰਾਜ ਕਹਿੰਦੇ ਜਿਸ ਮਨੁੱਖ ਦਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਸੋਹਣੇ ਚਰਨਾਂ 'ਤੇ ਪਤੀਜ ਜਾਂਦਾ, ਵਿੰਨਿਆ ਜਾਂਦਾ, ਜੁੜ ਜਾਂਦਾ ਹੈ, ਆਪਣੇ ਮਨ ਨੂੰ ਮਾਲਕ ਦੇ ਚਰਨਾਂ 'ਚ ਨਾਮ 'ਚ ਇੱਦਾਂ ਜੋੜ ਕੇ ਰੱਖਣਾ ਹੈ ਜਿੱਦਾਂ ਇੱਕ ਭੌਰਾ ਕਮਲ ਦੇ ਫੁੱਲ 'ਤੇ ਐਨ ਆਨੰਦ 'ਚ ਮਸਤੀ 'ਚ ਟਿਕਿਆ ਹੁੰਦਾ ਹੈ। ਬਾਣੀ 'ਚ ਭੌਰੇ ਦੀ ਉਦਾਹਰਨ ਦਿੱਤੀ ਗਈ ਹੈ। ਭਾਈ ਗੁਰਦਾਸ ਸਾਹਿਬ ਨੇ ਵੀ ਅਲ ਚਲ ਆਵਤ ਕਮਲ ਪੈ ਸਨੇਹ ਕਰ, ਕਮਲ ਸੰਪਟ ਬੱਧ ਪ੍ਰਾਨ ਪ੍ਰਹਾਰ ਹੈ। ਉਹ ਭੌਰੇ ਦੀ ਉਦਾਹਰਨ ਦਿੱਤੀ ਹੈ। ਧੰਨ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ, ਜਿਉ ਮਛਲੀ ਬਿਨ ਪਾਣੀਆਂ ਕਿਉ ਜੀਵਨ ਪਾਵੈ।
बूंद विहूणा चातर को क्यों कर तृप्तावै, नाद कुरंगै बेदया सन मुख उठ धावै, भावर लोभी कुसम बास कामिल आप बंधावै। भौरे नूं कमल दे फुੱਲ दे नाल प्रीत है। ते वेखो प्यार किसी कीमत दा मुहताज नहीं जे हुंदा। माँ ते पुੱਤ दा प्यार है, औलाद दा माँ दे नाल प्यार है। हुण माँ वो किसी कीमत करके अपनी औलाद दे नाल प्यार नहीं करती है। सिख ते गुरु दा जिहड़ा प्यार है ये प्यार होना चाहिए है, कोई सौदेबाजी नहीं होनी चाहिए है। अक्सर असी कहते हाँ गुरु दियाँ खुशियाँ मिलनियाँ चाहिए ने, पर मिलदियाँ नहीं हैं। कहते जी अरदास कीती है पर गल बन नहीं रही, पाठ भी करवाया जी गल बन नहीं रही। उहदा वड्डा कारण एक ये भी हुंदा है कि असी गुरु कोल जग्यासू बन के, गुरु के प्रेमी श्रद्धालु बन के नहीं आउंदे हाँ, असी वपारी बन के आउंदे हाँ। असी सोचते हाँ गुरु नाल समझौता कर लैंदे हाँ, महाराज असी पाठ करवा देवांगे तुसी साडे आ काम कर दिओ, असी महाराज आ काम कर देवांगे तुसी साडे आ काम कर देवो। हुण वेखो लोड़ सानू है, गुरु नूं नहीं। असी पाठ करिए ना करिए गुरु नूं इहदे नाल कोई फर्क नहीं पैंदा है। असी कोई माया भेंट करिए ना करिए गुरु नाल इहनूं कोई, गुरु नूं इहदे नाल कोई फर्क नहीं पैंदा। पर असी सोचते हाँ जिद्दां साडी लोभी ते स्वार्थी बिरती है, शायद गुरु दी भी इदां दी बिरती होएगी। इसे करके आपां गुरु कोल भी जग्यासू बन के नहीं, गुरु कोल भी वपारी बन के आउंदे हाँ, वपारी बन के। पर इत्थे आउणा है प्रेमी बन के, श्रद्धालु बन के। भौरा कमल दे फुੱਲ कोल जांदा है, कोई वपारी बन के नहीं जांदा है। हुण उस भौरे नूं कोई कवे कि वेख तूं कमल दे फुੱਲ ते बहिंदा है ते कमल दा फुੱਲ ते तैनूं मार मुकाउंदा है, तू छड्ड कमल दे फुੱਲ दी प्रीत, मैं माया दा ढेर लगाउंदा हाँ, तू माया ते बैठी ते माया दा रस लई। वो कहेगा नहीं माया नहीं चाहिदी। ਉਹਨੂੰ कोई कवे तू छड्ड कमल दा फुੱਲ, मैं सोने दा ढेर लगाउंदा, तू सोने ते जाके बह। भौरा नहीं जाएगा उधर। कोई कवे मैं हीरियां दा ढेर लगाउंदा, तू कमल दे फुੱਲ दी प्रीत छड्ड के कीमती हीरियां ते आके बह, ਉਹਨੂੰ भी ठुकरा देवेगा। वो कमल दे फुੱਲ ते ही बैठेगा, भावें ਉਹਨੂੰ अपना आपा क्यों ना कुर्बान करना पैंदा होवे, पर वो कमल दे फुੱਲ दी प्रीत नहीं छड्डदा है। महाराज कहते सिख की भी प्रीत इस तरह की होनी चाहिए है। तो जिन्हां दी कमाई का आपां रोज़ ध्यान धरते हाँ, वो इस तरह की प्रीत वाले जग्यासू सन। उन्होंने बड़ा कहा गया तू गुरु की प्रीत छड्ड दे, तेनू माया दे अंबार देवांगे, ढेर देवांगे। तू गुरु की प्रीत छड्ड दे, राज भाग देवांगे। पर वो गुरु के प्यारे कहन लगे नहीं, जुत्ती दी एक ठोकर दे नाल तख्त ताज ठुकरा सकते हाँ, नहीं चाहिए सानू तख्त ताज। सानू की चाहिए है गुरु, साडे गुरु की प्रीत, गुरु की अभेदता, गुरु की एक मिकता सानू चाहिए है, पदार्थ नहीं चाहिए। महाराज कहते सिख की गुरु प्रति प्रीत भौरे वर्गी प्रीत होनी चाहिए, जिद्दां दी भौरे की कमल दे फुੱਲ दे प्रति प्रीत है। चरनार बिंद मन विद्यंग, जिदा मन गुरु दे वाहिगुरु दे कमल वर्गे चरना च विझिया गया, पूरी तरह जुड़ गया। जिदी प्रीत भौरे वर्गी ते गुरु दे चरना च जिहड़ा लीन हो गया। उधर तां वेखो एक पासे दी प्रीत है, भौरे दी प्रीत है, कमल दे फुੱਲ दी प्रीत नहीं है। पर इधर एक पासे दी प्रीत नहीं है, इधर दोवां पासियां दी प्रीत है। चरण शरण गुर एक पैंडा, जाए चल सतगुर कोट पैंडा। जे सिख गुरु खातर कुर्बानी देंदा है एक, ते गुरु सिख दी खातर अपना सारा सरबंस कुर्बान कर देंदे। ये है दो पासियां दी सच्ची प्रीत, कुर्बानी वाली प्रीत। कुछ लैण वाली प्रीत नहीं, बल्कि समर्पित करन वाली, देण वाली, निशावर करन वाली प्रीत। महाराज कहते जदों मन विन्निया गया, फिर सिद्धियंग सर्ब कुशलन है। सारियां सिद्धियां, सारे सुख तंदरुस्तियां साडी झोली च पैणगियां। पर कदों जदों मन गुरु दे चरनां च जुड़ गया, वाहिगुरु दे चरनां च जुड़ गया। गाथा गावंत नानक पब्यंग परा पूरबण। गाथा वाहिगुरु दे घर दियां कथा कहानियां, परमात्मा की सिफत सलाह
ਗੁਰੂ ਕਹਿੰਦੇ ਕੌਣ ਪਰਮਾਤਮਾ ਦੇ ਘਰ ਦੀ ਸਿਫਤ ਸਲਾਹ ਕਰਦੇ ਹਨ? ਉਹੀ ਬੰਦੇ ਜਿਨ੍ਹਾਂ ਦੇ ਪੂਰਬਲੇ ਚੰਗੇ ਭਾਗ ਚੰਗੇ ਕਰਮ ਹਨ। ਉਹ ਵਾਹਿਗੁਰੂ ਦੀ ਸਿਫਤ ਸਲਾਹ ਵੀ ਕਰਦੇ ਨੇ, ਉਹਨਾਂ ਦਾ ਮਨ ਵੀ ਮਾਲਕ ਦੇ ਚਰਨਾਂ 'ਚ ਜੁੜਦਾ ਹੈ ਅਤੇ ਉਹਨਾਂ ਨੂੰ ਸਾਰੇ ਸੁੱਖ ਖੁਸ਼ੀਆਂ ਤੰਦਰੁਸਤੀਆਂ ਮਿਲਦੀਆਂ ਨੇ ਦਾਤੇ ਦੀ ਨਦਰ ਸਦਕਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਹ ਗੁਰੂ ਕੋਲ ਦਾਤ ਵੇਖੋ ਨਾ ਆਪਾਂ ਪੈਸੇ ਦੇ ਨਾਲ ਖਰੀਦ ਸਕਦੇ ਹਾਂ, ਨਾ ਕੋਈ ਜ਼ੋਰ ਦੇ ਨਾਲ ਤਾਕਤ ਦੇ ਨਾਲ ਗੁਰੂ ਕੋਲੋਂ ਕੁਝ ਖੋ ਨਹੀਂ ਸਕਦੇ ਹਾਂ। ਪ੍ਰੀਤੀ ਚੰਦ ਨੇ ਕਿੰਨਾ ਯਤਨ ਕੀਤਾ, ਧੀਰਮਲ ਨੇ ਕਿੰਨਾ ਯਤਨ ਕੀਤਾ ਕਿ ਮੈਂ ਤਾਕਤ ਦੇ ਨਾਲ ਗੁਰੂ ਮਹਾਰਾਜ ਦੇ ਕੋਲੋਂ ਵਡਿਆਈ ਲੈ ਲਵਾਂ, ਗੱਦੀ ਲੈ ਲਵਾਂ, ਹੋਰ ਚੀਜ਼ਾਂ ਪ੍ਰਾਪਤ ਕਰ ਲਵਾਂ। ਹਕੂਮਤਾਂ ਦੇ ਨਾਲ ਗੰਢ ਤੁੱਪ ਵੀ ਕਰਦਾ ਰਿਹਾ, ਪਰ ਅਖੀਰ ਪੱਲੇ ਕੁਝ ਨਾ ਪਿਆ, ਕਿਉਂਕਿ ਇੱਥੇ ਜ਼ੋਰ ਨਹੀਂ ਚੱਲਦਾ, ਇੱਥੇ ਸੌਦੇਬਾਜ਼ੀ ਨਹੀਂ ਚੱਲਦੀ। ਇੱਥੇ ਕੀ ਹੈ? ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਧੰਨ ਗੁਰੂ ਅਮਰਦਾਸ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ, ਮੁੱਖ ਵਾਕ ਰੂਪ 'ਚ ਹਸਤੀ ਸਿਰ ਜਿਉ ਅੰਕਸ ਹੈ, ਆਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਊਬੀ ਸੇਵ ਕਰੇ। ਹਾਥੀ ਮਹਾਵਤ ਦੇ ਕਾਬੂ ਦੇ ਵਿੱਚ ਹੈ, ਉਹ ਕੁੰਡਾ ਮਾਰਦਾ ਹੈ, ਜਿੱਧਰ ਨੂੰ ਹਾਥੀ ਨੂੰ ਤੁਰਦਾ ਹਾਥੀ ਉਸੇ ਪਾਸੇ ਨੂੰ ਤੁਰ ਪੈਂਦਾ ਹੈ। ਮਹਾਰਾਜ ਕਹਿੰਦੇ ਤੂੰ ਵੀ ਆਪਣਾ ਮਨ ਰੂਪੀ ਹਾਥੀ ਗੁਰੂ ਨੂੰ ਸਮਰਪਿਤ ਕਰ ਦੇ, ਗੁਰੂ ਜਿੱਧਰ ਨੂੰ ਸ਼ਬਦ ਦਾ ਕੁੰਡਾ ਮਾਰ ਕੇ ਤੋਰੇ ਉਸੇ ਪਾਸੇ ਨੂੰ ਤੁਰ ਪੈ, ਜਿਹੜੀ ਸੇਵਾ ਤੇ ਗੁਰੂ ਲਾਵੇ ਉਸੇ ਪਾਸੇ ਨੂੰ ਤੁਰ ਪੈ। ਆਹਰਣ ਜਿਉ ਸਿਰ ਦੇ, ਆਰਣ ਭਾਵ ਲੋਹਾ, ਤੇ ਉਹ ਜਿਹੜੇ ਸਰੀਆ ਆਦਿਕ ਵੀ ਕੱਟਦੇ ਨੇ ਜਾਂ ਲੋਹੇ ਦਾ ਕੰਮ ਕਰਦੇ, ਉਹ ਕੀ ਕਰਦੇ ਹਨ? ਵਦਾਨ ਦੇ ਲੋਹੇ ਦੇ ਇੱਕ ਟੁਕੜੇ ਦੇ ਨੂੰ ਇੱਕ ਲੋਹੇ ਦੀ ਸਿੱਲੀ 'ਤੇ ਰੱਖ ਕੇ ਉਹਦੇ ਉੱਪਰੋਂ ਜ਼ੋਰ ਦੇ ਨਾਲ ਵਦਾਨ ਵੱਡੇ ਹਥੌੜੇ ਦੇ ਨਾਲ ਸੱਟ ਮਾਰਦੇ ਹਨ ਅਤੇ ਉਹ ਲੋਹਾ ਕੱਟਿਆ ਜਾਂਦਾ ਹੈ। ਹੁਣ ਮਹਾਰਾਜ ਕਹਿੰਦੇ ਜਿਵੇਂ ਉਹ ਵੱਡੇ ਹਥੌੜੇ ਵਦਾਨ ਦੇ ਥੱਲੇ ਲੋਹੇ ਦਾ ਟੁਕੜਾ ਆਇਆ, ਉਹਨੇ ਕੋਈ ਇੱਧਰ ਉੱਧਰ ਹਿਲ ਜੁਲ ਨਾ ਕੀਤੀ, ਉਹ ਸਾਰੇ ਉਹ ਸਿਸਟਮ ਬਣੇ ਹੁੰਦੇ ਹਨ ਲੋਹਾ ਕੱਟਣ ਵਾਲੇ, ਉਹ ਲੋਹਾ ਵੀ ਕੱਟਿਆ ਜਾਂਦਾ ਹੈ। ਮਹਾਰਾਜ ਕਹਿੰਦੇ ਆਹਰਣ ਜਿਉਂ ਸਿਰ ਦੇ, ਜਿਵੇਂ ਉਹ ਲੋਹੇ ਨੂੰ ਕੱਟਿਆ ਜਾਂਦਾ ਹੈ ਸੰਨੀ ਤੇ ਵਦਾਨ ਦੇ ਸਹਾਰੇ, ਜਿਵੇਂ ਹਾਥੀ ਨੂੰ ਕਾਬੂ ਰੱਖਿਆ ਜਾਂਦਾ ਹੈ ਕੁੰਡੇ ਤੇ ਮਹਾਵਤ ਦੇ ਨਾਲ, ਬਿਲਕੁਲ ਇਸੇ ਤਰ੍ਹਾਂ ਤੂੰ ਵੀ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਦੇ। ਮਨ ਤਨ ਆਗੈ ਰਾਖ ਕੈ ਊਬੀ ਸੇਵ ਕਰੇ। ਊਬੀ ਦਾ ਭਾਵ ਹੈ ਐਨ ਸੁਚੇਤ ਹੋ ਕੇ ਸੇਵਾ 'ਚ ਜੁੜਨਾ ਹੈ, ਢਿੱਲ ਮੱਠ ਨਹੀਂ। ਸੇਵਕ ਚੇਤੰਨ ਹੋਣਾ ਚਾਹੀਦਾ ਹੈ, ਅਤੇ ਜਦੋਂ ਐਨ ਚੇਤੰਨ ਹੋ ਕੇ ਗੁਰੂ ਦੀ ਸੇਵਾ ਕਰਾਂਗੇ ਫਿਰ ਗੁਰੂ ਵਡਿਆਈ ਆਪਣੇ ਆਪ ਝੋਲੀ ਪਾਉਂਦਾ। ਫਿਰ ਕੋਈ ਸੌਦੇਬਾਜ਼ੀ ਕਰਨ ਦੀ ਜਾਂ ਧੱਕੇ ਜੋਰੀ ਕਰਨ ਦੀ ਲੋੜ ਨਹੀਂ ਹੈ, ਫਿਰ ਤੇ ਗੁਰੂ ਦੀ ਐਸੀ ਰਹਿਮਤ ਬਖਸ਼ਿਸ਼ ਖੁਸ਼ੀ ਮਿਲਦੀ ਹੈ। ਮਨ ਤਨ ਆਗੈ ਰਾਖ ਕੈ ਊਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ। ਛੋਟੀ ਮੋਟੀ ਵਡਿਆਈ ਨਹੀਂ, ਫਿਰ ਤੇ ਗੁਰੂ ਕੁੱਲ ਦੁਨੀਆ ਦੀ ਵਡਿਆਈ ਸੇਵਕ ਦੀ ਝੋਲੀ 'ਚ ਪਾ ਦਿੰਦੇ ਹਨ। ਪਰ ਕਿਹੜੇ ਸੇਵਕ ਦੀ ਜਿਹੜਾ ਐਨ ਸਮਰਪਿਤ ਹੋ ਕੇ ਗੁਰੂ ਦੀ ਸੇਵਾ 'ਚ ਜੁੜਿਆ ਹੈ, ਫਿਰ ਉਹਨੂੰ ਸਾਰੀਆਂ ਖੁਸ਼ੀਆਂ ਮਿਲਦੀਆਂ ਨੇ, ਸਾਰੇ ਸੁੱਖ ਤੰਦਰੁਸਤੀਆਂ ਮਿਲਦੀਆਂ ਨੇ। ਅੱਗੇ ਮਹਾਰਾਜ 19 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਹਨ, ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਦਰਣੈ। ਸ਼ੁਭ ਬਚਨ ਭਾਵ ਜਿਹੜੇ ਗੁਰੂ ਦੇ ਸ਼ੁਭ ਉਪਦੇਸ਼ ਸ੍ਰੇਸ਼ਟ ਬੋਲ ਗੁਰੂ ਦੀ ਬਾਣੀ ਹੈ, ਜਿਹੜਾ ਮਨੁੱਖ ਰਮਣੰ ਭਾਵ ਉਸ ਬਾਣੀ ਨੂੰ ਸਿਮਰਦਾ ਹੈ, ਉਚਾਰਦਾ ਹੈ, ਜਪਦਾ ਹੈ, ਔਰ ਗਵਣੰ ਸਾਧ ਸੰਗੇਣ ਸਾਧ ਸੰਗਤ 'ਚ ਜੁੜ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ, ਗੁਰੂ ਕੀ ਬਾਣੀ ਗਾਉਂਦਾ, ਉਦਰਣੈ, ਉਹਦਾ ਫਿਰ ਸੰਸਾਰ ਸਾਗਰ ਤੋਂ ਉਧਾਰ ਹੁੰਦਾ ਹੈ, ਪਾਰ ਉਤਾਰਾ। ਕਿਉਂਕਿ ਸੰਗਤ ਵੀ ਬੇੜਾ ਅਤੇ ਵਾਹਿਗੁਰੂ ਦਾ ਨਾਮ ਵੀ ਬੇੜਾ ਹੈ, ਅਤੇ ਜਿਹੜੇ ਇਸ ਬੇੜੇ 'ਚ ਅਸਵਾਰ ਹੋਏ ਫਿਰ ਉਹ ਗੁਰੂ ਦੀ ਕਿਰਪਾ ਸਦਕਾ ਪਾਰ ਲੰਘਦੇ ਨੇ। ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਅਤੇ। ਇਹ ਸ਼ਬਦ ਲੱਭ ਭੱਬੇ ਨੂੰ ਸਿਹਾਰੀ ਲਗਾ ਕੇ ਐੜਾ ਫਿਰ ਤੱਤੇ ਦੇ ਲਾਂ ਲਗਾ ਕੇ ਪੜ੍ਹਨਾ, ਲੱਭਿਅਤੇ। ਉਹ ਫਿਰ ਮਹਾਰਾਜ ਕਹਿੰਦੇ ਸੰਸਾਰ ਰੂਪੀ ਸਾਗਰ 'ਚੋਂ ਪਾਰ ਲੰਘ ਜਾਂਦੇ ਨੇ, ਔਰ ਪਰਤ ਪਰਤ ਕੇ ਉਹਨਾਂ ਨੂੰ ਜੰਮਣ ਮਰਨ ਵਾਲੇ ਗੇੜ 'ਚ ਨਹੀਂ ਫਸਣਾ ਪੈਂਦਾ। ਕਿਹਨਾਂ ਨੂੰ? ਜਿਹੜੇ
ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼, ਵਾਹਿਗੁਰੂ ਦੇ ਨਾਮ ਦਾ ਉਚਾਰਨ ਸਤ ਸੰਗਤ 'ਚ ਕਰਦੇ ਹਨ। ਅੱਗੇ 20 ਨੰਬਰ ਸ਼ਲੋਕ 'ਚ ਹਜ਼ੂਰ ਪ੍ਰਮਾਣ ਕਰਦੇ ਹਨ, ਵੇਦ ਪੁਰਾਣ ਸ਼ਾਸਤਰ ਵਿਚਾਰੰ। ਇਹ ਸਨਾਤਨ ਮਤ ਦੇ ਧਰਮ ਗ੍ਰੰਥਾਂ ਦਾ ਨਾਮ ਸਤਿਗੁਰੂ ਨੇ ਇੱਥੇ ਲਿਆ ਹੈ, ਵੇਦਾਂ ਪੁਰਾਣਾਂ ਸ਼ਾਸਤਰਾਂ ਦਾ। ਲੋਕ ਇਹ ਧਾਰਮਿਕ ਗ੍ਰੰਥ ਪੜ੍ਹਦੇ ਹਨ, ਪਰ ਅਕਸਰ ਵੇਖੋ ਅੱਜ ਦੇ ਸਮੇਂ 'ਚ ਵੀ ਕੀ ਹੋ ਰਿਹਾ ਹੈ, ਅਸੀਂ ਆਪਣੇ ਵੀ ਮਤ ਸਿੱਖ ਧਰਮ ਅੰਦਰ ਵੀ ਵੇਖੀਏ, ਧਰਮ ਗ੍ਰੰਥਾਂ ਨੂੰ ਲੋਕ ਪੜ੍ਹਦੇ ਨੇ, ਇਤਿਹਾਸਕ ਗ੍ਰੰਥਾਂ ਨੂੰ ਲੋਕ ਪੜ੍ਹਦੇ ਨੇ, ਪਰ ਅੱਜ ਉਹ ਜਿਹੜੀ ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਹੈ ਉਹ ਕਾਹਦੇ ਵਾਸਤੇ ਕੀਤੀ ਜਾ ਰਹੀ ਹੈ? ਜਾਂ ਤੇ ਗ੍ਰੰਥਾਂ ਨੂੰ ਹੀ ਭੰਡਣ ਦੇ ਲਈ, ਨਿੰਦਣ ਦੇ ਲਈ, ਜਾਂ ਫਿਰ ਦੂਜੇ ਨੂੰ ਨੀਵਾਂ ਵਿਖਾਉਣ ਦੇ ਲਈ। ਦੂਜੇ ਨੂੰ ਨੀਵਾਂ ਵਿਖਾਉਣ ਦੇ ਲਈ ਇੱਦਾਂ ਧਾਰਮਿਕ ਗ੍ਰੰਥਾਂ ਅਤੇ ਪੁਸਤਕਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਔਰ ਇਹ ਕੋਈ ਬਿਮਾਰੀ ਅੱਜ ਦੀ ਨਹੀਂ ਹੈ, ਪਹਿਲਾਂ ਵੀ ਇੱਦਾਂ ਬਹੁਤ ਕੁਝ ਚੱਲਦਾ ਸੀ। ਧਰਮ ਗ੍ਰੰਥਾਂ ਦੇ ਨਾਂ 'ਤੇ ਵੀ ਬੜੇ ਝਗੜੇ ਚੱਲਦੇ ਸਨ, ਇੱਕ ਦੂਜੇ ਨੂੰ ਝੂਠਾ ਕਹਿਣਾ। ਕਬੀਰ ਸਾਹਿਬ ਦੇ ਬਚਨ ਵੀ ਹਨ, ਜਦੋਂ ਉਹਨਾਂ ਦੇ ਕੋਲ ਕੁਝ ਮੁਸਲਮਾਨ, ਕੁਝ ਹਿੰਦੂ ਝਗੜਦੇ ਆਏ, ਉਹ ਕਹਿਣ ਹਿੰਦੂਆਂ ਦੇ ਗ੍ਰੰਥ ਝੂਠੇ, ਉਹ ਕਹਿਣ ਮੁਸਲਮਾਨਾਂ ਦੇ ਝੂਠੇ, ਵੇਦ ਝੂਠੇ, ਕੋਈ ਕਵੇ ਕਤੇਬ। ਤੇ ਅੱਗੋਂ ਕਬੀਰ ਸਾਹਿਬ ਮਹਾਰਾਜ ਕਹਿਣ ਲੱਗੇ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਅਸਲੀ ਝੂਠਾ ਤੇ ਉਹ ਹੈ ਜੋ ਉਹਨਾਂ ਨੂੰ ਵਿਚਾਰਦਾ ਨਹੀਂ ਹੈ। ਹੁਣ ਵੇਖੋ, ਖਾਸ ਤੌਰ 'ਤੇ ਇਤਿਹਾਸ ਦੇ ਗ੍ਰੰਥ ਅੱਜ ਬੜੀ ਤਰ੍ਹਾਂ ਦੀ ਆਪਾਂ ਵੇਖਦੇ ਹਾਂ, ਭੰਡੀ ਪ੍ਰਚਾਰ ਬਹੁਤ ਚੀਜ਼ਾਂ ਦਾ ਕੀਤਾ ਜਾਂਦਾ ਹੈ, ਪਰ ਆਪਾਂ ਇਹ ਨਹੀਂ ਸੋਚਦੇ ਅੱਜ ਕੋਈ ਕਿਤਾਬ ਕਿਸੇ ਨੇ ਇਤਿਹਾਸ ਦੀ ਲਿਖਣੀ ਹੋਵੇ ਤੇ ਇਤਿਹਾਸ ਦੀਆਂ, ਸਿੱਖ ਇਤਿਹਾਸ ਦੀਆਂ ਅੱਜ ਹਜ਼ਾਰਾਂ ਕਿਤਾਬਾਂ ਮੌਜੂਦ ਹਨ, ਤੇ ਅੱਜ ਦੇ ਜਿਹੜੇ ਲਿਖਾਰੀ ਨੇ ਉਹ ਕਰਦੇ ਵੀ ਕੀ ਹਨ? ਕੋਈ ਖੋਜ ਨਹੀਂ ਕਰਨੀ, ਇੱਧਰ ਉੱਧਰੋਂ 10-20 ਕਿਤਾਬਾਂ ਪੜ੍ਹੀਆਂ, ਉਹਨਾਂ ਦੇ ਵਿੱਚੋਂ ਗੱਲਾਂ ਇਕੱਠੀਆਂ ਕੀਤੀਆਂ, ਆਪਣੇ ਨਾਂ 'ਤੇ ਵੱਖਰੀ ਕਿਤਾਬ ਛਾਪ ਦਿੱਤੀ। ਪਰ ਅੱਜ ਤੋਂ ਜੇ 200-250 ਸਾਲ ਪਹਿਲਾਂ ਕਿਸੇ ਨੇ ਇਤਿਹਾਸ ਦੀ ਕੋਈ ਕਿਤਾਬ, ਕੋਈ ਗ੍ਰੰਥ ਲਿਖਣਾ, ਉਹਦੇ ਕੋਲ ਸਾਧਨ ਸਰੋਤ ਕੋਈ ਨਾ, ਉਹਨੂੰ ਜਗ੍ਹਾ ਜਗ੍ਹਾ 'ਤੇ ਜਾ ਕੇ ਜਾਂ ਦੂਜਿਆਂ ਦੇ ਕੋਲੋਂ ਗੱਲਾਂ ਸੁਣ ਕੇ ਬੜੀ ਮਿਹਨਤ ਕਰਕੇ ਲਿਖਣਾ ਪੈਂਦਾ ਸੀ। ਖਾਸ ਤੌਰ 'ਤੇ ਗੁਰਪ੍ਰਤਾਪ ਸੂਰਜ ਗ੍ਰੰਥ, ਬੜਾ ਕੁਝ ਉਹਦੇ ਬਾਰੇ ਬੋਲਿਆ ਜਾਂਦਾ, ਆਪਾਂ ਕਥਾ ਵੀ ਲੰਬਾ ਸਮਾਂ ਕੀਤੀ। ਹੁਣ ਵੇਖੋ, ਉਹ ਜਿਹੜਾ ਗ੍ਰੰਥ ਹੈ, ਕਰੀਬਨ 14 ਪੋਥੀਆਂ ਹਨ ਉਸ ਗ੍ਰੰਥ ਦੀਆਂ, ਤੇ ਉਸ ਸਮੇਂ ਕਵੀ ਭਾਈ ਸੰਤੋਖ ਸਿੰਘ ਨੇ ਲਿਖਿਆ ਜਦੋਂ ਉਹਨਾਂ ਦੇ ਸਾਹਮਣੇ ਬਿਲਕੁਲ ਹਨੇਰਾ ਹੀ ਸੀ। ਕਿਧਰੇ ਕੋਈ ਛੋਟੇ ਕਿਤਾਬ ਕਿਸੇ ਜਗ੍ਹਾ 'ਤੇ ਸੀ, ਕਿਸੇ ਜਗ੍ਹਾ ਤੋਂ ਉਹਨਾਂ ਨੇ ਆਪ ਜਾ ਕੇ ਪੁੱਛਿਆ ਕਿ ਇਸ ਜਗ੍ਹਾ 'ਤੇ ਜਦੋਂ ਗੁਰੂ ਆਏ ਸਨ ਤੇ ਕੀ ਘਟਨਾ ਵਰਤੀ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਜਦੋਂ ਉਹ ਜੀਵਨ ਲਿਖ ਰਹੇ ਹਨ, ਉਦੋਂ ਕਰੀਬਨ 300 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਹੋਏ ਹਨ। 300 ਸਾਲ ਪਹਿਲਾਂ। ਉਹ ਹੁਣ ਅੱਜ 300 ਸਾਲ ਪਹਿਲਾਂ ਦੀਆਂ ਗੱਲਾਂ ਲਿਖਣੀਆਂ, ਹੁਣ ਕੀ ਸਾਡੇ ਕੋਲ ਸਾਧਨ ਸਰੋਤ ਹਨ? ਹੁਣ ਅੱਜ ਤਾਂ ਫਿਰ ਵੀ ਬਹੁਤ ਕੁਝ ਹੋਵੇਗਾ, ਪਰ ਕਿਉਂਕਿ ਅੱਜ ਦਾ ਸਮਾਂ ਤੇ ਉਦੋਂ ਦਾ ਸਮਾਂ ਬੜਾ ਫਰਕ ਹੈ। ਉਦੋਂ ਉਹਨਾਂ ਨੇ ਕਿੰਨੀ ਮਿਹਨਤ ਦੇ ਨਾਲ ਜੋ ਕੁਝ ਉਹਨਾਂ ਨੂੰ ਜਿੱਥੋਂ ਕਿੱਥੋਂ ਮਿਲਿਆ ਉਹਨਾਂ ਨੇ ਲਿਖ ਦਿੱਤਾ। ਇਹ ਵੀ ਕਹਿ ਦਿੱਤਾ ਕਿ ਹੁਣ ਜੋ ਜਿੱਦਾਂ ਦਾ ਮਿਲਿਆ ਮੈਂ ਲਿਖ ਦਿੱਤਾ, ਜੇ ਅੱਗੇ ਪੰਥ ਆਪਣੇ ਆਪ ਇਹਦੀ ਸੁਧਾਈ ਕਰਦਾ ਰਹੇ, ਤੇ ਜੋ ਇਹਦੇ 'ਚੋਂ ਚੰਗੀਆਂ ਗੱਲਾਂ ਨੇ ਉਹਨਾਂ ਨੂੰ ਗ੍ਰਹਿਣ ਕਰ ਲਿਓ, ਤੇ ਜੋ ਗੱਲਾਂ ਗੁਰਮਤਿ ਮੁਤਾਬਕ ਨਾ ਹੋਣ ਉਹਨਾਂ ਨੂੰ ਛੱਡ ਦਿਓ। ਹੁਣ ਅੱਜ ਆਪਾਂ ਉਦੋਂ ਉਲਟ ਕੰਮ ਕਰ ਲਿਆ ਹੈ। ਜਿਹੜੀ ਗੱਲ ਉਹਨਾਂ ਨੇ ਕਹੀ ਕਿ ਗੁਰਮਤਿ ਮੁਤਾਬਕ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਗ੍ਰਹਿਣ ਕਰ ਲਵੋ, ਉਹਨਾਂ ਦੀ ਤੇ ਕੋਈ ਗੱਲ ਹੀ ਨਹੀਂ ਕਰਦਾ ਹੈ, ਉਹਨਾਂ ਦੀ ਤਾਂ ਗੱਲ ਹੀ ਕੋਈ ਨਹੀਂ ਹੁੰਦੀ। ਪਰ ਜਿਹੜੀਆਂ ਗੱਲਾਂ ਗੁਰਮਤਿ ਦੇ ਸਿਧਾਂਤ ਨਾਲ ਪੂਰੀਆਂ ਤਾਲਮੇਲ ਨਹੀਂ ਖਾਂਦੀਆਂ, ਉਹਨਾਂ ਨੂੰ ਸਟੇਜ 'ਤੇ ਬਹਿ ਕੇ ਦਵਾਈ ਦੇ ਕੇ ਦੱਸਿਆ ਜਾ ਰਿਹਾ, ਜੀ ਵੇਖੋ ਗ੍ਰੰਥ 'ਚ ਆਹ ਗਲਤ ਲਿਖਿਆ, ਆਹ ਗਲਤ ਲਿਖਿਆ। ਹੁਣ ਉਹ ਕਰੀਬਨ 5000 ਪੰਨਿਆਂ ਦਾ, 6000 ਪੰਨਿਆਂ ਦਾ ਗ੍ਰੰਥ ਹੈ। ਇਹ ਨਹੀਂ ਹੈ ਕਿ ਉਹਦੇ 6000 ਦੇ 6000 ਪੰਨੇ ਹੀ ਗਲਤ ਲਿਖੇ ਹਨ ਚੰਗੀਆਂ ਮਾੜੀਆਂ ਗੱਲਾਂ ਸਾਰੀਆਂ ਉਹਦੇ 'ਚ ਜੋ ਉਹਨਾਂ ਨੂੰ ਉਸ ਵਕਤ ਮਿਲੀਆਂ। ਪਰ ਆਪਾਂ ਗੁਰੂ ਕੇ ਦਰਬਾਰ 'ਚ, ਗੁਰੂ ਕੀ ਸੰਗਤ ਦੇ ਸਾਹਮਣੇ ਚੰਗੀਆਂ ਗੱਲਾਂ ਲਿਆ ਕੇ ਪੇਸ਼ ਕਰਨੀਆਂ ਨੇ, ਤਾਂ ਕਿ ਸੰਗਤ ਨੂੰ ਕੁਝ ਚੰਗਾ ਸੁਣਨ ਦੇ ਲਈ, ਸਮਝਣ ਦੇ ਲਈ, ਸਿੱਖਣ ਦੇ ਲਈ ਮਿਲੇ। ਤੇ ਜੇ ਆਪਾਂ ਕੋਈ ਚੰਗੀ ਗੱਲ ਹੀ ਨਾ ਕਰੀਏ, ਬਸ ਇੱਧਰ ਉੱਧਰੋਂ ਲੈ ਕੇ ਤੇ ਉਹ ਗ੍ਰੰਥ ਨੂੰ ਭੰਡਦੇ ਰਹੀਏ, ਗ੍ਰੰਥ ਨੂੰ ਆਧਾਰ ਬਣਾ ਕੇ ਬੰਦਿਆਂ ਨੂੰ ਹੀ ਭੰਡਦੇ ਰਹੀਏ, ਤੇ ਫਿਰ ਗੱਲ
ਉਹ ਵੀ ਚੰਗੀ ਨਹੀਂ ਹੈ। ਮਹਾਰਾਜ ਨੇ ਇਸੇ ਕਰਕੇ ਕਿਹਾ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਪੰਡਤ ਲੋਕ ਵੀ ਇੱਦਾਂ ਕਰਦੇ ਸਨ, ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹ ਕੇ ਅਤੇ ਚੁੰਝਾਂ ਤਿੱਖੀਆਂ ਕਰਕੇ ਅਤੇ ਫਿਰ ਦੂਜਿਆਂ ਨੂੰ ਨੀਵੇਂ ਵਿਖਾਉਂਦੇ ਰਹਿਣਾ। ਧੰਨ ਗੁਰੂ ਅਮਰਦਾਸ ਸਾਹਿਬ ਨੇ ਇੱਥੋਂ ਤੱਕ ਕਿਹਾ ਕਿ ਵੇਦ ਵੀ ਮਾੜੇ ਨਹੀਂ ਹਨ, ਪਰ ਗੱਲ ਤਾਂ ਇਹ ਆ ਕਿ ਉਹਦੇ 'ਚੋਂ ਤੁਸੀਂ ਲੈ ਕੀ ਰਹੇ ਹੋ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ, ਨਾ ਹੀ ਫਿਰੈ ਜਿਉਂ ਬੇਤਾਲਿਆ। ਜੇ ਤੂੰ ਧਾਰਮਿਕ ਗ੍ਰੰਥ ਪੜ੍ਹ ਕੇ ਉਹਦੇ 'ਚੋਂ ਤੱਤ ਸਾਰ ਦੀ ਵਿਚਾਰ ਹੀ ਨਹੀਂ ਲੈਂਦਾ ਹੈ ਤੇ ਬੇਤਾਲਾ ਹੋ ਕੇ ਭਟਕਦਾ ਰਹਿਣਾ। ਬੇਤਾਲੇ ਦਾ ਮਤਲਬ ਕੀ ਹੁੰਦਾ? ਤਬਲੇ ਵਾਲਾ ਕੀਰਤਨ ਦੇ ਨਾਲ ਤਬਲਾ ਵਜਾਉਂਦਾ ਹੈ, ਬਰਾਬਰ ਤਾਲ ਮੇਲ ਦੇ ਨਾਲ ਤਾਲ ਵੱਜਦਾ ਹੈ, ਰਸ ਆ ਰਿਹਾ। ਜੇ ਉਹ ਬੇਤਾਲਾ ਵਜਾਈ ਜਾਵੇ, ਨਾ ਗਾਉਣ ਵਾਲਿਆਂ ਨੂੰ ਰਸ ਆਉਂਦਾ, ਨਾ ਸੁਣਨ ਵਾਲਿਆਂ ਨੂੰ ਰਸ ਆਉਂਦਾ ਹੈ। ਇੱਦਾਂ ਹੀ ਜੇ ਆਪਾਂ ਬੇਤਾਲੇ ਕੰਮ ਜੀਵਨ ਦੇ ਵਿੱਚ ਕਰਦੇ ਹਾਂ, ਨਾ ਆਪਣਾ ਜੀਵਨ ਰਸ ਭਰਪੂਰ ਅਤੇ ਨਾ ਦੂਜੇ ਦਾ ਜੀਵਨ ਰਸ ਭਰਪੂਰ। ਮਹਾਰਾਜ ਕਹਿੰਦੇ ਵੇਦ ਪੁਰਾਣ ਸ਼ਾਸਤਰ ਵਿਚਾਰੰ, ਧਾਰਮਿਕ ਗ੍ਰੰਥਾਂ ਨੂੰ ਵਿਚਾਰਨਾ ਹੈ। ਅਤੇ ਏਕ ਓਂਕਾਰ ਨਾਮ ਔਰ ਧਾਰੰ, ਉਹਦੇ 'ਚੋਂ ਪਰਮਾਤਮਾ ਦੇ ਇੱਕ ਨਾਮ ਦੀ ਜਿਹੜੀ ਤੱਤ ਦੀ ਵਿਚਾਰ ਹੈ ਉਹ ਲੈਣੀ ਹੈ ਅਤੇ ਉਹਨੂੰ ਆਪਣੇ ਜੀਵਨ ਅੰਦਰ ਗ੍ਰਹਿਣ ਕਰਨਾ, ਧਾਰਨ ਕਰਨਾ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗੱਲ। ਸਾਰਾ ਕੁਝ ਵੇਖੋ ਸੇਧ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ, ਪਰ ਗੱਲ ਹੈ ਗੁਰੂ ਨਾਲ ਜੁੜਨ ਦੀ, ਬਾਣੀ ਨਾਲ ਜੁੜਨ ਦੀ। ਜਿਹਨੇ ਫਿਰ ਮਹਾਰਾਜ ਕਹਿੰਦੇ ਧਾਰਮਿਕ ਗ੍ਰੰਥਾਂ 'ਚੋਂ ਇੱਕ ਓਂਕਾਰ ਦੀ, ਇੱਕ ਦੀ ਵਿਚਾਰ ਨੂੰ ਲੈ ਕੇ ਜੀਵਨ 'ਚ ਗ੍ਰਹਿਣ ਕਰ ਲਿਆ। ਕੁਲੈ ਸਮੂਹ ਸਗਲ ਉਦਾਹਰਣ, ਉਹ ਆਪ ਵੀ ਪਾਰ ਲੰਘਦਾ ਹੈ, ਉਹ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰਦਾ ਹੈ। ਬੜ ਭਾਗੀ ਨਾਨਕ ਕੋ ਤਾਰੰ, ਪਰ ਕੋਈ ਵੱਡਿਆਂ ਭਾਗਾਂ ਵਾਲਾ ਹੀ ਹੁੰਦਾ ਹੈ ਜਿਹੜਾ ਤਰਦਾ ਹੈ ਅਤੇ ਜਿਹੜਾ ਤਾਰਦਾ ਹੈ। ਨਹੀਂ ਤੇ ਮਾੜੇ ਭਾਗਾਂ ਵਾਲੇ ਤੇ ਆਪਾਂ ਵਹਿੰਦੇ ਹਾਂ, ਪੜ੍ਹ ਕੇ ਵੀ ਪੜ੍ਹਨ ਦੀ ਬਜਾਏ, ਕਮਾਉਣ ਦੀ ਬਜਾਏ ਉਹ ਕੱਢਣ 'ਤੇ ਹੀ ਲੱਗੇ ਹੋਏ ਨੇ ਅਤੇ ਆਪ ਵੀ ਕੱਢਦੇ ਅਤੇ ਦੂਜਿਆਂ ਨੂੰ ਵੀ ਲੜਾਉਂਦੇ ਝਗੜਾਉਂਦੇ ਹਨ। ਸੋ ਆਪਾਂ ਜੁੜਨਾ ਹੈ ਮੂਲ ਬਾਣੀ ਗੁਰਮਤਿ ਤੱਤ ਸਾਰ ਦੇ ਨਾਲ। ਉਹ ਚੰਗੀ ਸਿੱਖਿਆ ਜਿੱਥੋਂ ਵੀ ਮਿਲੇ, ਕੋਈ ਪਰਹੇਜ਼ ਨਹੀਂ ਹੈ, ਆਪਾਂ ਗ੍ਰਹਿਣ ਕਰਨਾ ਹੈ, ਕਿਉਂਕਿ ਗੁਰੂ ਨੇ ਸਾਨੂੰ ਗੁਣਾਂ ਦੇ ਵਣਜਾਰੇ ਬਣਾਇਆ। ਸਤਿਗੁਰੂ ਮਿਹਰ ਕਰਨ ਸਮਾਂ ਕੁਝ ਉੱਪਰ ਹੋ ਚੁੱਕਿਆ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ